ਸਿਆਸਤ ਤੋਂ ਬੇਹਤਰ ਜਥੇਦਾਰ ਨੇ ਫਿਰ? ਨਹੀਂ, ਸਿਆਸੀ ਦਬਾਅ ਹੁੰਦਾ ਕੋਈ ਜਥੇਦਾਰ? ਨਹੀਂ ਮੈਨੂੰ ਸਪਸ਼ਟ ਕਰੋ, ਜਦੋਂ ਤੁਸੀਂ ਵੀ ਮੈਂਬਰ ਹੋ, ਇਹ ਜਦੋਂ ਜਥੇਦਾਰ ਬਣਦੇ ਨੇ ਕੋਈ ਚਿੱਠੀ ਆਉਂਦੀ ਹੈ ਵੀ ਲੋ ਵੀ ਆ ਜਥੇਦਾਰ ਬਣਨਾ ਚਾਹੀਦਾ, ਸਿਆਸਤ ਤੋਂ ਬੇਹਤਰ ਜਥੇਦਾਰ ਹੈ, ਫਿਰ ਬਿਆਨਬਾਜ਼ੀ ਕਿਉਂ ਹੁੰਦੀ ਉੱਥੇ ਜਾ ਕੇ ਸਿਆਸਤ ਤੋਂ? ਇਹ ਜਿਹੜੀਆਂ ਗੱਲਾਂ ਨੇ ਮੈਂ ਦੇਖੋ ਕਹਾਂ ਕਿ ਇਹ ਕੋਈ ਬਹੁਤੇ ਲਫ਼ਜ਼ ਕਿਸੇ ਨੂੰ ਪੁੱਛਣ ਜਾਣਨ ਦੀ ਲੋੜ ਨਹੀਂ, ਕੋਈ ਲਫ਼ਜ਼ ਮੂੰਹ 'ਚ ਪਾਉਣ ਦੀ ਜ਼ਰੂਰਤ ਨਹੀਂ। ਇੱਕ ਸੰਗਤ 'ਚ ਪ੍ਰਭਾਵ ਜਿਹੜਾ ਹੈ ਨਾ ਉਹ ਨੈਗੇਟਿਵ ਬਣ ਚੁੱਕਿਆ ਹੈ। ਕਿਸ ਦੇ ਪ੍ਰਤੀ? ਇਹ ਸਾਰੇ ਇਹ ਸੈਟਅਪ ਦੇ ਪ੍ਰਤੀ, ਐਸਜੀਪੀਸੀ ਦੇ ਰਵੱਈਏ ਲੈ ਕੇ ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ, ਈਵਨ ਉਹਨਾਂ ਦੇ ਨਾਲ ਇਹ ਜਿਹੜੇ ਹੈ ਨੇ ਜਥੇਦਾਰ ਦਾ ਰੋਲ ਕੀ ਦੇਖਦੇ ਤੁਸੀਂ ਇਹਦੇ ਵਿੱਚ? ਹਾਂਜੀ, ਜਥੇਦਾਰ ਦਾ ਰੋਲ ਕੀ ਹੈ ਫਿਰ? ਕੋਈ ਰੋਲ ਨਹੀਂ ਹੈ, ਇਹ ਤਾਂ ਦਿਨ ਟਪਾਈਆਂ ਕੰਮ ਨੇ। ਜਦੋਂ ਉਹ ਦੂਜਿਆਂ ਨੂੰ ਸ਼ੇਰ ਕਹਿੰਦੇ ਨੇ, ਜਦੋਂ ਜਥੇਦਾਰ ਸਾਹਿਬ ਮਾਫੀ ਦਿੰਦੇ ਨੇ, ਉਦੋਂ ਕਿਉਂ ਨਹੀਂ ਜਥੇਦਾਰ ਸਾਹਿਬ ਸ਼ੇਰ ਬਣਦੇ? ਸੱਸੇ ਸੌਦੇ ਨੂੰ ਮਾਫੀ ਦਿੱਤੀ ਜਾਂਦੀ ਹੈ, ਉਦੋਂ ਇਹ ਕਿੱਥੇ ਹੁੰਦੇ ਨੇ ਫਿਰ? ਇਸ ਬਲਦੀ ਦੇ ਉੱਤੇ ਪਾਣੀ ਪਾਉਣ ਦੀ ਲੋੜ ਹੈ, ਇਹੋ ਜਿਹੇ ਲਫ਼ਜ਼ ਵਰਤ ਕੇ ਅੱਗ ਲਾਉਣ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾ ਕੰਮ ਆ ਕਰਨਾ ਚਾਹੀਦਾ ਹੈ ਭਾਈ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਉਹ ਅਕਾਲੀ ਦਲ ਨੂੰ ਕਹਿਣ, ਇਸ ਮੌਕੇ ਤੇ ਕਰਦੇ, ਕਿ ਤੁਸੀਂ ਜਿਹੜਾ ਹੈਗਾ ਆਪਣੇ ਜਿਹੜੇ ਨੇ ਪੋਲੀਟੀਕਲ ਵਿੰਗ ਜਿਹੜੇ ਕਾਸਟ ਬੇਸ ਰੱਖੇ ਹੋਏ ਨੇ ਉਹਨਾਂ ਨੂੰ ਖਤਮ ਕਰੋ। ਜਿਵੇਂ ਪਿੰਡਾਂ ਵਿੱਚ 2-2 ਗੁਰਦੁਆਰੇ ਬਣੇ ਹੋਏ ਨੇ, ਸ਼ੁਰੂਆਤ ਇੱਥੇ ਹੀ ਕਰ ਲੈਣਾ। ਮੈਂ ਕਿਹਾ ਉਹਨਾਂ ਦੀ ਬਾਅਦ ਚ ਕਰ ਲਈਏ, ਪਹਿਲਾਂ ਆਪਣੇ ਅਕਾਲੀ ਦਲ ਦੀਆਂ ਤਾਂ ਤੜਵਾ ਲਓ, ਜਿਹੜੀਆਂ ਨੇ ਵੀ ਐਸਸੀ ਵਿੰਗ, ਬੀਸੀ ਵਿੰਗ, ਇਹ ਤੇ ਤੜਵਾ ਲਓ, ਛੋੜ ਛੱਡੋ। ਉਹ ਜਿਹੜੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਅਪੁਆਇੰਟਡ ਨੇ, ਉਸ ਸ਼੍ਰੋਮਣੀ ਕਮੇਟੀ ਦੇ ਵਿੱਚ ਐਸਸੀ ਬੇਸਡ ਜਿਹੜੇ ਨੇ ਉਹ ਮੈਂਬਰਸ਼ਿਪ ਹੈ। ਅਸੀਂ ਤਾਂ ਕਹਿੰਦੇ ਹਾਂ ਕਿ ਅਸੀਂ ਕੁਰਬਾਨੀਆਂ ਦੇ ਕੇ ਇਹ ਐਕਟ ਬਣਵਾਇਆ, ਨਹੀਂ, ਕੁਰਬਾਨੀਆਂ ਦੇ ਕੇ ਐਕਟ ਨਹੀਂ ਬਣਵਾਇਆ। ਸਿੱਖਾਂ ਨੇ ਤੇ ਇਸ ਐਕਟ ਦਾ ਵਿਰੋਧ ਕੀਤਾ। 5 ਸਾਲ ਤੇ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਨਹੀਂ ਐਕਸੈਪਟ ਹੋਇਆ। ਤੁਹਾਨੂੰ ਲੱਗਦਾ ਹੈ ਜੋ ਸਪੀਚ ਵਿੱਚ ਕਿਹਾ ਗਿਆ ਕਿ ਗੁਰੂ ਰਾਮਦਾਸ ਦੇ ਨਿਵਾਸ ਅੱਗੇ ਧਰਨਾ ਨਹੀਂ ਦਿੱਤਾ ਜਾ ਸਕਦਾ, ਇਹ ਦਿੱਤਾ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ? ਉਹ ਉੱਥੇ ਕੀ ਕਰਨ ਗਏ ਸਨ ਵੀਰ? ਉਹ ਜਿਹੜੇ ਸਾਡੇ ਸਤਿਕਾਰਯੋਗ ਬਜ਼ੁਰਗ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, ਉਹ ਕਾਹਦੇ ਵਾਸਤੇ ਗਏ ਸੀ? ਇਹ ਪੁਜਾਰੀ ਵਰਡ ਕਿੱਥੋਂ ਆਇਆ? ਅੱਜ ਜੇ ਕੋਈ ਕਵੇ ਤੇ ਬਹੁਤ ਮੁਸ਼ਕਲ ਹੁੰਦੀ ਹੈ ਕਿ ਉਸ ਤੋਂ ਬਾਅਦ ਅਸੀਂ ਦੂਸਰੇ ਵਰਡ ਯੂਜ਼ ਕਰਨੇ ਸ਼ੁਰੂ ਕੀਤੇ ਨੇ। 1985 ਤੋਂ ਲੈ ਕੇ ਹੁਣ ਤੱਕ ਉੱਥੇ ਇਹੋ ਜਿਹੀ ਕਿਹੜੀ ਚੀਜ਼ ਹੈ ਐਸਜੀਪੀਸੀ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਜਿਹੜੀ ਸਮਝ ਨਹੀਂ ਲੱਗ ਪਈ ਜਥੇਦਾਰ ਸਾਹਿਬ ਨੂੰ, ਜੋ ਗਿਆਨੀ ਹਰਪ੍ਰੀਤ ਸਿੰਘ ਸਮਝਾਉਣਾ ਚਾਹੁੰਦੇ ਨੇ ਸਪੀਚ 'ਚ? ਚੰਦ ਹੱਥਾਂ ਦੇ ਵਿੱਚੋਂ ਪ੍ਰਬੰਧ ਹੁੰਦਾ ਹੈ ਜਿਸ ਦੇ ਮੁਤਹਿਤ ਰਾਤੋਂ ਰਾਤ ਇਹ ਜਥੇਦਾਰ ਬਣੇ ਨੇ। ਰਾਤੋਂ ਰਾਤ ਨਾ, ਇੱਕ ਰਾਤ ਪਹਿਲਾਂ ਕਿਸੇ ਨੂੰ ਪਤਾ ਨਹੀਂ ਹੁੰਦਾ, ਅਨਾਉਂਸਮੈਂਟ ਤੋਂ ਹੀ ਪਤਾ ਲੱਗਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਪੂਰੇ ਹੋ ਚੁੱਕੇ ਨੇ, ਤਾਂ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ। ਸਪੀਚ ਨੂੰ ਲੈ ਕੇ ਵੱਖ-ਵੱਖ ਗਲਿਆਰੇ ਦੇ ਵਿੱਚ ਚਰਚਾ ਬਣੀ ਹੋਈ ਹੈ। ਕੋਈ ਤਬਕਾ ਇਸ ਨੂੰ ਕਹਿ ਰਿਹਾ ਕਿ ਬਿਲਕੁਲ ਸਿਆਸਤ ਨਾਲ ਪ੍ਰੇਰਿਤ ਸਪੀਚ ਸੀ, ਤੇ ਦੂਸਰੇ ਪਾਸੇ ਕਿਹਾ ਜਾਂਦਾ ਹੈ ਕਿ ਜੋ ਸਪੀਚ ਦਿੱਤੀ ਸੀ ਬਿਲਕੁਲ ਭਾਵੁਕ ਸੀ। ਹੁਣ ਇਸ ਦੇ ਕੀ ਹੱਥ ਕੱਢੇ ਜਾਣ? ਅਲੱਗ-ਅਲੱਗ ਬੁੱਧੀਜੀਵੀ ਇਸ ਦੇ ਅਲੱਗ-ਅਲੱਗ ਹੱਥ ਕੱਢ ਰਹੇ ਨੇ। ਜ਼ਿਕਰ ਇੱਥੇ ਦਲਿਤਾਂ ਦਾ ਵੀ ਹੁੰਦਾ ਹੈ, ਜ਼ਿਕਰ ਇੱਥੇ ਬਾਦਲ ਸਾਹਿਬ ਦਾ ਵੀ ਹੁੰਦਾ ਹੈ, ਜ਼ਿਕਰ ਇੱਥੇ ਜਿਸ ਤਰੀਕੇ ਨਾਲ ਕੰਮ ਹੋ ਰਹੇ ਨੇ ਜਾਂ ਸਰੂਪਾਂ ਨੂੰ ਲੈ ਕੇ ਉਹ ਵੀ ਹੁੰਦਾ ਹੈ। ਪਰ ਸਵਾਲ ਇੱਥੇ ਫਿਰ ਖੜੇ ਨੇ ਕਿ ਇਸ ਚੀਜ਼ ਦੀ ਜਵਾਬਦੇਹੀ ਕਰੇਗਾ ਕੌਣ? ਜੋ ਇਸ ਸਮੇਂ ਐਸਜੀਪੀਸੀ ਵਿੱਚ ਚੱਲ ਰਿਹਾ ਹੈ, ਉਸ ਦੀ ਜਵਾਬਦੇਹੀ ਤੈਅ ਕੌਣ ਕਰੇਗਾ? ਤਾਂ ਸਾਰਿਆਂ ਨਾਲੋਂ ਵੱਡਾ ਸਵਾਲ ਹੈ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਕੋਈ ਵੀ ਗੁਰੂ ਰਾਮਦਾਸ ਨਿਵਾਸ ਦੇ ਅੱਗੇ ਆ ਕੇ ਧਰਨਾ ਨਹੀਂ ਲਗਾ ਸਕਦਾ। ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਹਰਦੀਪ ਸਿੰਘ ਨਾਲ, ਜੋ ਕਿ ਆਜ਼ਾਦ ਐਸਜੀਪੀਸੀ ਮੈਂਬਰ ਨੇ ਮੌਜੂਦਾ। ਉਹ ਜਾਣਾਂਗੇ ਕਿ ਜੋ ਜਥੇਦਾਰ ਸਾਹਿਬ ਨੇ ਸਪੀਚ ਦਿੱਤੀ ਹੈ ਕਿ ਵਾਕਈ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਜਾਂ ਇੱਕ ਧਾਰਮਿਕ ਸਪੀਚ ਹੈ, ਕਿਉਂਕਿ ਅਲੱਗ-ਅਲੱਗ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬੁੱਧੀਜੀਵੀ ਇਸ ਦਾ ਮਤਲਬ ਕੱਢ ਰਹੇ ਨੇ। ਸਾਡੇ ਮੌਜੂਦ ਨੇ ਹਰਦੀਪ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਰਦੀਪ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਮੌਜੂਦਾ ਐਸਜੀਪੀਸੀ ਮੈਂਬਰ ਹੋ, ਜੋ ਸਪੀਚ ਦਿੱਤੀ ਗਈ ਹੈ, ਤੁਸੀਂ ਵੀ ਪੂਰੀ ਸਪੀਚ ਸੁਣੀ ਹੈ, ਕੀ ਲੱਗਦਾ ਤੁਹਾਨੂੰ ਵਾਕਈ ਕਿਤੇ ਕੋਈ ਭਾਵੁਕ ਸਪੀਚ ਸੀ ਕਿ ਇੱਕ ਰਾਜਨੀਤੀ ਤੋਂ ਪ੍ਰੇਰਿਤ ਸਪੀਚ ਦਿੱਤੀ ਗਈ ਹੈ? ਨਹੀਂ, ਮੈਂ ਕਹਾਂ ਕਿ ਜਿੰਨੀਆਂ ਗੱਲਾਂ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਕੀਤੀਆਂ ਨੇ, ਉਹ ਉਹਨਾਂ ਦੇ ਨਜ਼ਰੀਏ ਤੋਂ ਤੇ ਉਹਨਾਂ ਨਾਲ ਸੰਬੰਧਿਤ ਜਿਹੜੀ ਟੀਮ ਹੈ ਉਸ ਦੇ ਨਜ਼ਰੀਏ ਤੋਂ ਮੀਨਿੰਗਫੁਲ ਹੈ ਗੱਲਾਂ ਸਾਰੀਆਂ। ਟੀਮ ਦਾ ਤੁਸੀਂ ਮਤਲਬ ਕੀ ਕਹਿੰਦੇ ਹੋ? ਟੀਮ ਭਾਵ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਜਿਹੜੇ ਪ੍ਰਬੰਧ ਹੈ, ਜਿਹੜੀ ਉਹਨਾਂ ਦੀ ਰਾਜਨੀਤਿਕ ਧਿਰ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ, ਹਾਂ, ਉਹ ਸਾਰੇ ਮਤਲਬ ਇਹ ਨਹੀਂ ਹੈ ਕਿ ਭਾਵੁਕ ਜਾਂ ਕੋਈ ਜੈਨਰਲ ਹੈਗੀ ਹੈ। ਉਹ ਬੜੀ ਸਿਆਣੀ ਸੋਚੀਆਂ ਸਮਝੀਆਂ ਗੱਲਾਂ ਨੇ ਉਹਨਾਂ ਨੇ ਕੀਤੀਆਂ ਨੇ। ਸਿਆਣਪ ਵਿਖਾਈ ਆਪਣੀ ਪੂਰੀ, ਇੱਥੇ ਇਸ ਵਿੱਚ ਕੋਈ ਦੋ ਰਾਇ ਨਹੀਂ ਗੀ। ਨਹੀਂ, ਸਿਆਣਪ ਦੀ ਤੁਸੀਂ ਗੱਲ ਕਰ ਰਹੇ ਹੋ, ਸਿਆਣਪ ਦਿਖਾਈ ਕਿਸ ਚੀਜ਼ ਉੱਤੇ ਹੈ? ਉਹਨਾਂ ਦਲਿਤਾਂ ਦੀ ਵੀ ਗੱਲ ਕੀਤੀ ਹੈ, ਉਹਨਾਂ ਨੇ ਸਰੂਪਾਂ ਦੀ ਗੱਲ ਵੀ ਕੀਤੀ ਹੈ, ਬੜੀਆਂ ਗੱਲਾਂ ਕੀਤੀਆਂ ਨੇ, ਜਿਸ ਤਰ੍ਹਾਂ ਸੁਣਿਆ ਹੈ ਉਹਨਾਂ ਨੂੰ। ਤੇ ਉਹ ਸਾਰੀਆਂ ਗੱਲਾਂ ਦਾ ਕੀ ਲਾਹਾ ਲਿੱਤਾ ਜਾ ਸਕਦਾ ਹੈ,
ਕੌਮ ਦੀ ਗੱਲ ਕਰਕੇ, ਸਿਧਾਂਤਾਂ ਦੀ ਗੱਲ ਕਰਕੇ, ਹਾਲਾਤਾਂ ਦੀ ਗੱਲ ਕਰਕੇ, ਸਿੱਖ ਕੌਮ ਦੇ ਮਾਨਵ ਤੇ ਪਿਛੋਕੜ ਦੀ ਗੱਲ ਕਰਕੇ ਆਪਣੇ ਤੇ ਆਲੇ ਦੁਆਲੇ ਵਾਲਿਆਂ ਦੇ ਪੱਲੇ ਕੀ ਪਾਇਆ ਜਾ ਸਕਦਾ ਹੈ, ਇਸ ਪੱਖੋਂ ਸਿਆਣਪ ਜਿਹੜੀ ਹੈ ਉਹ ਪੂਰੀ ਹੈ। ਔਰ ਇਉਂ ਜੇ ਕਹਾਂ ਕਿ ਗੱਲਾਂ ਨਿਰੀਆਂ ਪੁਰੀਆਂ ਕੰਟਰਾਡਿਕਟਰੀ ਨੇ, ਜਿਵੇਂ ਜੇ ਆਪਾਂ ਇੱਕ ਕਹਿ ਦਈਏ ਕਿ ਤੁਸੀਂ ਜਿੱਦਾਂ ਸ਼ੁਰੂ ਕੀਤੀ, ਮੇਰੇ ਸਣੇ ਮੈਨੂੰ ਲੱਗਦਾ ਕਿ ਸਾਰਾ ਸਿੱਖ ਜਗਤ ਇਸ ਗੱਲ ਤੋਂ ਦੁਖੀ ਹੈ, ਚਿੰਤਤ ਹੈ, ਜਿਸ ਤਰ੍ਹਾਂ ਦੇ ਹਾਲਾਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਣਦੇ ਨੇ, ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ। ਜੀ ਉੱਥੇ ਸਤਕਾਰ ਕਮੇਟੀ ਵਾਲੇ ਵੀਰ ਜਾਂਦੇ ਨੇ, ਸਾਹਮਣਿਓਂ ਟਾਸਕ ਫੋਰਸ ਜਿਹੜੀ ਹੈਗੀ ਹੈ ਉਸ ਨਾਲ ਝਗੜਾ ਹੁੰਦਾ ਹੈ, ਦਸਤਾਰਾਂ ਉਤਰਦੀਆਂ, ਕਿਰਪਾਨਾਂ ਚੜ੍ਹਦੀਆਂ ਨੇ, ਡੰਡੇ ਚੜ੍ਹਦੇ ਨੇ, ਸੱਟਾਂ ਵੱਜਦੀਆਂ ਨੇ, ਤੇ ਉਹਦੇ ਨਾਲ ਹਰ ਸਿੱਖ ਦੁਖੀ ਹੁੰਦਾ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ। ਪਰ ਇਹੋ ਜਿਹੇ ਹਾਲਾਤ ਕਿਉਂ ਬਣਨੇ? ਜੇ ਇਹ ਕਹੀਏ ਕਿ ਵੀ ਹੁਣ ਥਾਣੇਦਾਰੀ ਸਿਸਟਮ ਜਿਹੜਾ ਹੈ ਇੱਥੇ ਲਾਗੂ ਆ, ਹੁਣ ਕੋਈ ਇੱਥੇ ਇਉਂ ਨਹੀਂ ਕਰ ਸਕਦਾ, ਇਹ ਗੈਰ ਵਾਜਬ ਹੈ। ਨਹੀਂ, ਮੇਰਾ ਇੱਕ ਸਪਸ਼ਟ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਜੋ ਸਪੀਚ ਵਿੱਚ ਕਿਹਾ ਗਿਆ ਕਿ ਗੁਰੂ ਰਾਮਦਾਸ ਦੇ ਨਿਵਾਸ ਅੱਗੇ ਧਰਨਾ ਨਹੀਂ ਦਿੱਤਾ ਜਾ ਸਕਦਾ, ਇਹ ਦਿੱਤਾ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ? ਮੈਂ ਕਿਹਾ ਕਿ ਸੈਲਫ ਕੰਟਰਾਡਿਕਟਰੀ ਨੇ ਗੱਲਾਂ। ਇੱਕ ਪਾਸੇ ਉਹ ਗੱਲ ਕਰ ਰਹੇ ਨੇ ਕਿ 1920 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹ ਸਿੱਖ ਜਿਹੜੇ ਨੇ ਵਿਰੋਧ ਦੇ ਰੂਪ ਦੇ ਵਿੱਚ ਉੱਥੇ ਪਹੁੰਚੇ ਨੇ, ਦੂਜੀ ਧਿਰ ਨੂੰ ਉੱਥੋਂ ਜਾਣਾ ਪਿਆ। ਗੁਰਦੁਆਰਾ ਤਰਨਤਾਰਨ ਸਾਹਿਬ ਉੱਥੇ ਜਿਹੜਾ ਹੈ ਗੁਰੂ ਕੇ ਸਿੱਖ ਪਹੁੰਚੇ ਨੇ, ਉੱਥੇ ਦੇ ਜਿਹੜੇ ਮੌਜੂਦਾ ਪ੍ਰਬੰਧਕ ਸਨ 1920 ਵਾਲੇ, ਉਹਨਾਂ ਨੂੰ ਉੱਥੋਂ ਛੱਡਣਾ ਪਿਆ, ਪਰੇ ਹੋਣਾ ਪਿਆ। ਉਹ ਉੱਥੇ ਕੀ ਕਰਨ ਗਏ ਸਨ ਵੀਰ? ਉਹ ਜਿਹੜੇ ਸਾਡੇ ਸਤਿਕਾਰਯੋਗ ਬਜ਼ੁਰਗ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, ਉਹ ਕਾਹਦੇ ਵਾਸਤੇ ਗਏ ਸੀ? ਉਹ ਉਹਨਾਂ ਨਾਲ ਪ੍ਰੇਮ ਵਾਰਤਾ ਕਰਨ ਨਹੀਂ ਸੀ ਗਏ, ਉਹ ਸੀ ਕਿ ਆਪਣੀ ਗੱਲ ਰੱਖਣੀ ਤੇ ਆਪਣਾ ਵਿਰੋਧ ਦਰਜ ਕਰਨਾ, ਜੋ ਗਲਤ ਗੱਲਾਂ ਚੱਲ ਰਹੀਆਂ ਨੇ ਉਸ ਦੀ ਉਹ ਜਿਹੜੀ ਹੈਗੀ ਹੈ ਉਭਾਰਨਾ, ਇਹ ਕਾਰਜ ਸੀ। ਉਸ ਮੌਕੇ ਦੇ ਉੱਤੇ ਤੁਸੀਂ ਇਸ ਗੱਲ ਨੂੰ ਜੋੜ ਕੇ ਸੈਲਫ ਕੰਟਰਾਡਿਕਟਰੀ ਨੇ, ਸੈਲਫ ਕੰਟਰਾਡਿਕਸ਼ਨ ਆ ਗਈ ਹੈ ਸਾਹਮਣੇ। ਸੋ ਇਸ ਤਰ੍ਹਾਂ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹ ਗੱਲ ਕਰਦੇ ਨੇ ਕਿ ਉਸ ਵਕਤ ਦੇ ਪੁਜਾਰੀ ਸੀਗੇ ਜਿਹੜੇ, ਇਹ ਪੁਜਾਰੀ ਵਰਡ ਕਿੱਥੋਂ ਆਇਆ? ਅੱਜ ਜੇ ਕੋਈ ਕਵੇ ਤੇ ਬਹੁਤ ਮੁਸ਼ਕਲ ਹੁੰਦੀ ਹੈ ਕਿ ਉਸ ਤੋਂ ਬਾਅਦ ਅਸੀਂ ਦੂਸਰੇ ਵਰਡ ਯੂਜ਼ ਕਰਨੇ ਸ਼ੁਰੂ ਕੀਤੇ ਨੇ। ਜੇ ਕਹੀਏ ਕਿ ਉਸ ਵਕਤ ਦੇ ਇੰਡੀਵਿਜੂਅਲਸ, ਉਹਨਾਂ ਦਾ ਜੋ ਕਬਜ਼ਾ ਅਸੀਂ ਕਹਿੰਦੇ ਆ, ਤੇ ਕੀ ਉਸ ਤਰੀਕੇ ਦੇ ਹਾਲਾਤ ਤਾਂ ਨਹੀਂ ਪੈਦਾ ਹੋ ਗਏ ਅੱਜ? ਇਹ ਗੱਲਾਂ ਸੋਚਣ ਵਾਲੀਆਂ ਨੇ। ਤੁਸੀਂ ਹੁਣ ਜਿਵੇਂ ਮੈਂ ਸ਼ੁਰੂ ਕਰੂੰਗਾ 1984 ਤੋਂ, ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਕਿ 1984 ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਟਰਸਟ ਤੋੜਨਾ ਚਾਹੁੰਦੀ ਸੀ, ਐਸਜੀਪੀਸੀ ਨੂੰ ਤੋੜਨਾ ਚਾਹੁੰਦੀ ਸੀ, ਤਾਂ ਮੰਦਰਾਂ ਵਾਂਗੂ ਟਰਸਟ ਉਹ ਖੜਾ ਕਰਨਾ ਚਾਹੁੰਦੀ ਹੈ। 1985 ਤੋਂ ਲੈ ਕੇ ਹੁਣ ਤੱਕ ਉੱਥੇ ਇਹੋ ਜਿਹੀ ਕਿਹੜੀ ਚੀਜ਼ ਹੈ ਐਸਜੀਪੀਸੀ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਜਿਹੜੀ ਸਮਝ ਨਹੀਂ ਲੱਗ ਪਈ ਜਥੇਦਾਰ ਸਾਹਿਬ ਨੂੰ, ਜੋ ਗਿਆਨੀ ਹਰਪ੍ਰੀਤ ਸਿੰਘ ਸਮਝਾਉਣਾ ਚਾਹੁੰਦੇ ਨੇ ਸਪੀਚ 'ਚ? ਨਹੀਂ, ਗੱਲ ਕੀ ਹੈ ਕਿ ਕੋਈ ਵੀ ਮੌਕਾ ਹੋਏ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਹੈਗਾ ਪ੍ਰਕਾਸ਼ ਪੁਰਬ 550ਵਾਂ ਵਰ੍ਹਾ ਆਵੇ, ਸ਼ਤਾਬਦੀ ਆਵੇ, ਅਸੀਂ ਉਸ ਗੱਲ ਦੇ ਉੱਤੇ ਆਪਣੇ ਆਪ ਨੂੰ ਕਿਵੇਂ ਉਭਾਰ ਸਕਦੇ ਹਾਂ? ਗੁਰੂ ਤੇਗ ਬਹਾਦਰ ਪਾਤਸ਼ਾਹ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿੱਛੇ ਸਾਹਿਬਜ਼ਾਦਿਆਂ ਦੇ, ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੀ ਗੱਲ ਅਸੀਂ ਸਮੇਂ ਮੁਤਾਬਿਕ ਆਪਣੇ ਲਈ ਕਿਵੇਂ ਵਰਤਣਾ, ਇਸ ਲਈ ਕੇਵਲ ਤੇ ਕੇਵਲ ਜਿਹੜਾ ਹੈਗਾ ਯਤਨ ਹੁੰਦੇ ਨੇ। ਹੁਣ ਦੀ ਵੀ ਜਿਹੜੀ ਗੱਲ ਹੈ ਕਿ ਉਸ ਵਕਤ ਉਹਨਾਂ ਗੁਰਸਿੱਖਾਂ ਨੇ ਇੱਕ ਚੇਂਜ ਲਿਆਂਦੀ। ਚੇਂਜ ਕਾਹਦੀ ਲਿਆਂਦੀ? ਕਿ ਇੰਡੀਵਿਜੂਅਲਸ ਨੇ ਜੇਕਰ ਉੱਥੇ ਕਬਜ਼ੇ ਕਰ ਲਿੱਤੇ ਸਨ ਤੇ ਉੱਥੇ ਜੇ ਗੁਰਮਤਿ ਸਿਧਾਂਤ ਦੇ ਖਿਲਾਫ ਸਨਾਤਨੀ ਪਿਰਤਾਂ ਚੱਲ ਪਈਆਂ ਸਨ, ਤਾਂ ਉਸ ਦੇ ਵਿਰੋਧ ਵਿੱਚ ਖਾਲਸੇ ਜਿਹੜੇ ਨੇ ਉਹਨਾਂ ਨੇ ਜਾ ਕੇ ਗੁਰਮਤਿ ਦੇ ਪ੍ਰਸਾਰ ਦੇ ਲਈ ਉਸ ਸਥਾਨ ਦਾ ਪ੍ਰਬੰਧ ਲਿੱਤਾ। ਸੰਗਤੀ ਪ੍ਰਬੰਧ ਹੋਇਆ, ਇੰਡੀਵਿਜੂਅਲਸ ਦੇ ਪ੍ਰਬੰਧ ਤੋਂ ਨਿਕਲ ਕੇ ਸੰਗਤੀ ਪ੍ਰਬੰਧ ਹੋਇਆ। ਮੌਜੂਦਾ ਪ੍ਰਬੰਧ ਦੇਖਣ ਨੂੰ ਤੁਹਾਨੂੰ ਜਿਹੜਾ ਹੈਗਾ ਉਹ ਪਬਲਿਕ ਇਨਵੋਲਵਮੈਂਟ ਇੱਕ ਡੈਮੋਕ੍ਰੈਟਿਕ ਲੱਗੇਗਾ, ਪਰ ਜਦੋਂ ਉਸ ਦੀ ਸੈਂਟਰਲਾਈਜੇਸ਼ਨ ਹੈਗੀ ਹੈ, ਉਸ ਦੇ ਰਾਹੀਂ ਚੰਦ ਹੱਥਾਂ ਦੇ ਵਿੱਚੋਂ ਪ੍ਰਬੰਧ ਹੁੰਦਾ ਹੈ, ਜਿਸ ਦੇ ਮੁਤਹਿਤ ਰਾਤੋਂ ਰਾਤ ਇਹ ਜਥੇਦਾਰ ਬਣੇ ਨੇ। ਰਾਤੋਂ ਰਾਤ ਨਾ, ਇੱਕ ਰਾਤ ਪਹਿਲਾਂ ਕਿਸੇ ਨੂੰ ਪਤਾ ਨਹੀਂ ਹੁੰਦਾ, ਅਨਾਉਂਸਮੈਂਟ ਤੋਂ ਹੀ ਪਤਾ ਲੱਗਦਾ ਹੈ। ਇਹ ਡੈਮੋਕ੍ਰੇਸੀ ਹੈ। ਸਿਆਸਤ ਤੋਂ ਬਗੈਰ ਤਾਂ ਜਥੇਦਾਰ ਨੇ ਫਿਰ
ਨਹੀਂ, ਸਿਆਸੀ ਦਬਾਅ ਹੁੰਦਾ ਕੋਈ ਜਥੇ ਨਹੀਂ, ਮਤਲਬ ਸਪਸ਼ਟ ਕਰੋ, ਜਦੋਂ ਤੁਸੀਂ ਵੀ ਮੈਂਬਰ ਹੋ, ਇਹ ਜਦੋਂ ਜਥੇਦਾਰ ਬਣਦੇ ਨੇ ਕੋਈ ਚਿੱਠੀ ਆਉਂਦੀ ਹੈ ਵੀ ਲੋ ਵੀ ਆ ਜਥੇਦਾਰ ਬਣਨਾ ਚਾਹੀਦਾ, ਸਿਆਸਤ ਤੋਂ ਬੜੀ ਜਥੇਦਾਰ ਹੈ, ਫਿਰ ਬਿਆਨਬਾਜ਼ੀ ਕਿਉਂ ਹੁੰਦੀ ਉੱਥੇ ਜਾ ਕੇ ਸਿਆਸਤ ਤੋਂ? ਇਹ ਜਿਹੜੀਆਂ ਗੱਲਾਂ ਨੇ ਮੈਂ ਦੇਖੋ ਕਹਾਂ ਕਿ ਇਹ ਕੋਈ ਬਹੁਤੇ ਲਫ਼ਜ਼ ਕਿਸੇ ਨੂੰ ਪੁੱਛਣ ਜਾਣਨ ਦੀ ਲੋੜ ਨਹੀਂ, ਕੋਈ ਲਫ਼ਜ਼ ਮੂੰਹ 'ਚ ਪਾਉਣ ਦੀ ਜ਼ਰੂਰਤ ਨਹੀਂ। ਮੈਂ ਤੇ ਕਹਿਣਾ ਕਿ ਆ ਜਥੇਦਾਰ ਸਿਸਟਮ, ਜਥੇਦਾਰ ਵਰਡ ਕਿੱਥੋਂ ਆਇਆ? ਮਤਲਬ ਉਸ ਵਕਤ ਜਥੇਦਾਰ ਕੌਣ ਸਨ? 1920 ਦੀ ਜੇ ਗੱਲ ਕਹੀਏ, 1920 'ਚ ਕੌਣ ਸਨ? 1925 'ਚ ਕੌਣ ਸਨ? ਉਸ ਤੋਂ ਪਹਿਲਾਂ ਕੌਣ ਸਨ? ਉਸ ਤੋਂ ਬਾਅਦ ਕੌਣ ਸਨ? ਸੋ ਗੱਲਾਂ ਕੀ ਨੇ? ਇਹ ਸਾਰਾ ਕੁਝ ਸੈਲਫ ਕੰਟਰਾਡਿਕਟਰੀ ਹੈਗਾ, ਇਹ ਸਾਰੇ ਦੀ ਪੜਚੋਲ ਕਰਨੀ ਬਣਦੀ ਹੈ। ਪ੍ਰਬੰਧ ਦੀ ਜੇ ਗੱਲ ਕਹੀਏ ਨਾ, ਜਿਸ ਉਸ ਮਾਨਮਤੇ ਦਿਹਾੜੇ ਦੀ ਗੱਲ ਹੈ ਕਿ ਜਦੋਂ ਉਹ ਹਾਲਾਤ ਕਿ ਜਾਤ ਆਧਾਰਿਤ ਕਾਰਨਾਂ ਕਰਕੇ ਇੱਕ ਵਿਸ਼ੇਸ਼ ਵਰਗ ਵੱਲ ਦੀ ਅਰਦਾਸ ਉੱਥੇ ਨਹੀਂ ਹੋ ਸਕਦੀ, ਕੜਾ ਪ੍ਰਸ਼ਾਦ ਨਹੀਂ ਜੇ ਚੜਾਇਆ ਜਾ ਸਕਦਾ, ਉਹ ਭੇਟਾ ਨਹੀਂ ਹੋ ਸਕਦਾ, ਐਸੇ ਹਾਲਾਤ ਦੇ ਵਿੱਚ ਜਿਹੜਾ ਹੈ ਆਵਾਜ਼ ਬੁਲੰਦ ਕਰਨ ਦੇ ਲਈ ਜਥੇ ਗਏ ਨੇ ਔਰ ਉਹ ਤਬਦੀਲੀ ਆਈ ਹੈ। ਲੇਕਿਨ ਉਸ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ 1920 ਦੇ ਵਿੱਚ ਜਨਮ ਲੈਂਦੀ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜਾ ਟਰਸਟ ਬਣਿਆ ਸੀ? ਉਹ ਇੱਕ ਕਮੇਟੀ ਗੁਰਸਿੱਖਾਂ ਨੇ ਬਣਾਈ ਸੀ, ਉਹ ਕਾਨੂੰਨ ਨੇ ਨਹੀਂ ਸੀ ਬਣਾਈ। 5 ਸਾਲ ਸਰਕਾਰ ਦਾ, ਬ੍ਰਿਟਿਸ਼ਰਸ ਦਾ ਇਸੇ ਗੱਲ ਤੇ ਜ਼ੋਰ ਲੱਗਿਆ ਕਿ ਇਹ ਇੱਕ ਜਿਹੜੀ ਹੈਗੀ ਹੈ ਲੀਗਲ ਕਾਨੂੰਨੀ ਸਰਕਾਰ ਦੇ ਮੁਤਹਿਤ ਕਮੇਟੀ ਬਣੇ। 5 ਸਾਲ ਇਸੇ ਗੱਲ ਤੇ ਜ਼ੋਰ ਲੱਗਿਆ। ਗੁਰਸਿੱਖਾਂ ਨੇ ਤੇ ਖੁਦ ਮੁਖਤਿਆਰ ਢੰਗ ਨਾਲ ਖੁਦ ਜਿਹੜੀ ਹੈਗੀ ਹੈ ਆਪਣੀ ਇੱਕ ਕਮੇਟੀ ਦੀ ਫਾਰਮੇਸ਼ਨ ਕੀਤੀ ਹੈ। 175 ਮੈਂਬਰ ਜਿਹੜੇ ਚੁਣੇ ਨੇ ਪਹਿਲੇ। ਹੁਣ ਆਪਾਂ ਸਰੂਪਾਂ ਦੀ ਗੱਲ ਕਰੀਏ। ਸਰੂਪਾਂ ਦੇ ਵੀ ਅੱਜ ਕੱਲ੍ਹ ਨੂੰ ਜਥੇਦਾਰ ਸਾਹਿਬ ਨੇ ਇੱਕ ਸਪੀਚ ਦਿੱਤੀ ਹੈ, ਉਹ ਵੀ ਉਹ 'ਚ ਬੋਲੇ ਨੇ ਕਿ ਜਿਹੜੇ ਸਰੂਪ ਚੋਰੀ ਹੋਏ ਨੇ ਉਹ ਇੱਕ ਧਾਰਮਿਕ ਵਿਸ਼ਾ ਨਹੀਂ ਹੈ, ਉਹ ਕਰਪਸ਼ਨ ਦਾ ਵਿਸ਼ਾ ਹੈ। ਪਰ ਸਵਾਲ ਅੱਜ ਫਿਰ ਸਿੱਖ ਪੁੱਛਦੇ ਨੇ ਕਿ ਕਰਪਸ਼ਨ ਵੀ ਤਾਂ ਉੱਥੇ ਹੋਈ ਹੈ ਨਾ। ਕਰਪਸ਼ਨ ਕੋਈ SGPC ਤੋਂ ਬਾਹਰ ਤੇ ਨਹੀਂ। ਜੇ ਸਰੂਪ ਗਏ ਤੇ ਗਏ ਕਿੱਥੇ? ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਸਾਡੀ ਵੈਬਸਾਈਟ ਤੇ ਜਾਓ, ਜੋ ਸਿੰਘ ਨੇ ਜਾਂਚ ਪੜਤਾਲ ਕੀਤੀ ਉੱਥੇ ਮੌਜੂਦ ਆ, ਜਾ ਕੇ ਉਹ ਪੜ੍ਹ ਸਕਦੇ ਨੇ ਉੱਥੇ ਜੋ ਵਿਰੋਧੀ ਹੈਗੇ ਨੇ। ਫਿਰ ਤੁਹਾਨੂੰ ਕੀ ਲੱਗਦਾ ਕਿ ਵਾਕਈ ਧਾਰਮਿਕ ਦਾ ਇੱਕ ਮੁੱਦਾ ਕਿ ਕਰਪਸ਼ਨ ਹੈ, ਵੀ ਧਰਮ ਤੋਂ ਅਲੱਗ ਦੇਖਣਾ ਚਾਹੀਦਾ ਇਸ ਚੀਜ਼ ਨੂੰ? ਦੇਖੋ, ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਇੰਟਰਮਿੰਗਲ ਕਰ ਲੈਂਦੇ ਹਾਂ। ਇਹ ਪ੍ਰਬੰਧਕੀ ਘਾਟ ਹੈ ਔਰ ਪ੍ਰਬੰਧਕੀ ਘਾਟ ਨਹੀਂ ਹੋਣੀ ਚਾਹੀਦੀ, ਕਲੀਅਰ ਗੱਲ ਹੈਗੀ ਹੈ। ਔਰ ਇਹ ਵੀ ਜਿਸ ਪ੍ਰਪੋਰਸ਼ਨ ਦੇ ਵਿੱਚ ਜਾਂਦੀ ਹੈ ਬਾਹਰ ਗੱਲ, ਉਹ ਗੈਰ ਵਾਜਬ ਹੈ। ਮੈਂ ਬਹੁਤਾ ਸਹਿਮਤ ਨਹੀਂ ਇਸ ਦੇ। ਅਸੀਂ ਚਲੰਤ ਰੂਪ ਦੇ ਵਿੱਚ ਅਗਰ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਗਰ 20-20 ਸੈਕਿੰਡ 10-10 ਸੈਕਿੰਡ ਗੱਲ ਕਰਾਂਗੇ, ਗੱਲ ਕੋਈ ਵੀ ਪੂਰੀ ਨਹੀਂ ਹੋ ਸਕਦੀ। ਲੇਕਿਨ ਜੇ ਇਸੇ ਵਿਸ਼ੇ ਨੂੰ ਲਈਏ, ਇਸ ਵਿੱਚ ਜਿਨ੍ਹਾਂ ਦੀ ਕਮੀਆਂ ਨੇ ਉਹ ਪੜਤਾਲ ਹੋਈ ਹੈ, ਜਿਹੜੀਆਂ ਹੋਰ ਫੈਕਟਰਸ ਨੇ ਉਹਨਾਂ ਨੂੰ ਵੀ ਦੇਖੋ। ਲੇਕਿਨ ਹਰ ਇੱਕ ਗੱਲ ਨੂੰ ਪੋਲੀਟੀਸਾਈਜ਼ ਹੀ ਕਰ ਲੈਣਾ, ਉਹ ਉਸ ਦੇ ਮੈਂ ਨਿੱਜੀ ਤੌਰ ਤੇ ਹੱਕ 'ਚ ਨਹੀਂ। ਮੈਂ ਇਹਨਾਂ ਲੋਕਾਂ ਦਾ ਵਿਰੋਧੀ ਹਾਂ। ਪ੍ਰਬੰਧ ਦੇ ਵਿੱਚ ਬੇਅੰਤ ਖਾਮੀਆਂ ਨੇ, ਲੇਕਿਨ ਬੇਅਦਬੀ, ਅਸੀਂ ਪਹਿਲਾਂ ਵੀ ਇਸ ਤੇ ਗੱਲ ਕੀਤੀ, ਬੇਅਦਬੀ ਤੇ ਇੱਕ ਜਿਹੜਾ ਹੈਗਾ ਪ੍ਰਬੰਧ ਦੀ ਖਾਮੀ, ਇਹ ਦੋ ਵੱਖਰੀ ਗੱਲਾਂ ਨੇ। ਕਰਪਸ਼ਨ ਇਹ ਵੱਖਰੀ ਗੱਲ ਹੈਗੀ ਹੈ। ਸੋ ਇਹ ਬੇਅਦਬੀ ਦਾ ਇਸ਼ੂ ਨਹੀਂ ਹੈ, ਇਹ ਕਰਪਸ਼ਨ ਦਾ ਵੀ ਹੈ, ਧਾਰਮਿਕ ਦਾ ਹੈ, ਪ੍ਰਬੰਧ ਖਾਮ ਹੈ ਜੀ, ਧਾਰਮਿਕ ਮੁੱਦਾ ਹੈ ਕਿਤੇ। ਦੇਖ, ਧਾਰਮਿਕ ਅਗੇਨ ਕਿ ਇਹ ਪੰਥਕ ਮੁੱਦਾ, ਹਰ ਚੀਜ਼ ਨੂੰ ਅਸੀਂ, ਮੈਂ ਉਹੀ ਕਹਿ ਰਿਹਾ ਕਿ ਇਹ ਡੈਫੀਨੇਸ਼ਨਸ ਨੇ ਜਿਹੜੀਆਂ ਇਹਨਾਂ ਨੂੰ ਬੜੇ ਜਿਹੜਾ ਹੈਗਾ ਧਿਆਨ ਦੇ ਨਾਲ ਹੈਂਡਲ ਕਰਨ ਦੀ ਜ਼ਰੂਰਤ ਹੈ। ਇਹ ਸਾਰੇ ਸਾਡੇ ਪੰਥਕ ਮੁੱਦੇ ਨੇ। ਧਰਮ ਜਿਹੜਾ ਹੈਗਾ ਉਹ ਹੈਗਾ ਜਿੱਥੇ ਇੰਡੀਵਿਜੂਅਲ ਦਾ ਤੇ ਸੰਗਤੀ, ਇਹ ਦੋ ਵੱਖਰੀ ਚੀਜ਼ਾਂ ਨੇ। ਉਸ ਨੂੰ ਉਹ ਡਿਫਰੈਂਟ ਜਿਹੜੇ ਫਰੇਮ ਦੇ ਵਿੱਚ ਵੇਖਣ ਦੀ ਗੱਲ ਹੈ। ਇਹ ਸਾਰੇ ਪੰਥਕ ਮੁੱਦੇ ਨੇ। ਪੰਥਕ ਲਫ਼ਜ਼ ਦੇ ਤਹਿਤ ਧਾਰਮਿਕ ਕਿਰਿਆਵਾਂ ਆਉਂਦੀਆਂ ਨੇ। ਇਹ ਪ੍ਰਬੰਧਕੀ ਵਿਸ਼ਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਇਸ਼ਟ ਨੇ ਜਿਹੜੇ, ਉਹਨਾਂ ਨਾਲ ਜੁੜਿਆ ਵਿਸ਼ਾ ਹੈ ਕਿ ਜਿੱਥੇ ਅਸੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਗੀ, ਉਸਨੇ ਪ੍ਰਬੰਧ ਕਰਨਾ ਹੈ ਗੁਰਸਥਾਨਾਂ ਦਾ। ਉਸਨੇ ਜੇ ਇਹ ਪ੍ਰਿੰਟਿੰਗ ਪ੍ਰੈਸਿਸ ਲਾਈਆਂ ਨੇ, ਉਸਨੇ ਜੇਕਰ ਸਰਕਾਰਾਂ ਤੇ ਜ਼ੋਰ ਪਾ ਕੇ ਗਲਤ ਢੰਗ, ਜਿਹੜੀ ਮੈਂ ਕਹਾਂ ਕਿ ਇਹ ਐਕਟ ਬਣਵਾਣੇ, ਐਕਟਾਂ ਦੇ ਤਹਿਤ ਪਹਿਲੇ ਐਕਟਾਂ ਦੇ ਰੋਣੇ ਅੱਜ ਤੱਕ ਨਹੀਂ ਧੋਤੇ ਜਾ ਰਹੇ, ਇਹਨਾਂ ਦੀਆਂ ਹੋਰ ਮੁਸ਼ਕਲਾਂ ਆਉਣੀਆਂ ਨੇ। ਆਪੇ ਗਲਤੀਆਂ ਕੀਤੀਆਂ ਹੋਈਆਂ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਤੁਸੀਂ ਸਰੂਪ ਛਾਪ ਰਹੇ ਹੋ, ਏਕਾਧਿਕਾਰ ਲੈ ਰਹੇ ਹੋ ਕਿ ਹੋਰ ਕੋਈ ਨਹੀਂ ਕਰ ਸਕਦਾ,
ਤੇ ਫਿਰ ਇਸ ਦਾ ਪ੍ਰਬੰਧ ਵੀ ਯੋਗ ਹੋਣਾ ਚਾਹੀਦਾ ਹੈ। ਪ੍ਰਬੰਧ ਕੀ ਘਾਟ ਹੈ ਵੱਡੀ। ਹੁਣ ਜਥੇਦਾਰ ਸਾਹਿਬ ਨੇ ਜਿਸ ਤਰੀਕੇ ਨਾਲ ਕਿਹਾ ਕਿ ਉਹਨਾਂ ਕੋਲ ਕੋਈ ਇੱਕ ਵਿਦਵਾਨ ਆਏ ਸਨ, ਵਿਦਵਾਨ ਨੇ ਆ ਕੇ ਗੱਲ ਕਹੀ ਕਿ ਤੁਸੀਂ ਜਿੰਨੀਆਂ ਮਰਜ਼ੀ ਜਾਂਚ ਕਰ ਲਓ ਸਰੂਪ ਦੇ ਉੱਤੇ, ਜਿੰਨੇ ਮਰਜ਼ੀ ਤੁਸੀਂ ਲੋਕਾਂ ਨੂੰ ਪਰਚਾ ਲਓ, ਪਰ ਲੋਕਾਂ ਨੇ ਇਹਨਾਂ ਨੂੰ ਝੂਠ ਮੰਨਣਾ। ਬਸ ਤੁਸੀਂ ਇੱਕ ਕੰਮ ਕਰੋ ਕਿ ਬਾਦਲ ਸਾਹਿਬ ਦਾ ਨਾਮ ਪਾਵੇ ਇਹਦੇ ਵਿੱਚ, ਉਹ ਹਰਿਮੰਦਰ ਸਾਹਿਬ ਤੋਂ ਨਾਗਪੁਰ ਉਹਨਾਂ ਸਰੂਪ ਲੈ ਕੇ ਗਏ, ਤੁਹਾਡੀ ਜਾਂਚ ਖਤਮ ਹੋ ਜਾਏਗੀ, ਇਹ ਜਥੇਦਾਰ ਸਾਹਿਬ ਕਹਿ ਨੇ। ਤਾਂ ਲੱਗਦਾ ਕਿ ਜਥੇਦਾਰ ਸਾਹਿਬ ਨੇ ਗੱਲ ਕਰਨੀ ਚਾਹੀਦੀ ਸੀ। ਦੇਖੋ ਕੀ ਗੱਲ ਕਹੀ ਹੈ। ਪਹਿਲੀ ਗੱਲ ਤਾਂ ਦਰਬਾਰ ਸਾਹਿਬ ਤੋਂ ਲੈ ਕੇ ਗਏ ਨੇ, ਪਤਾ ਨਹੀਂ ਤੁਸੀਂ ਕਿਉਂ, ਜਾਂ ਸਾਡੇ ਆ ਜਿਹੜੇ ਬੈਠੇ ਨੇ ਅੰਮ੍ਰਿਤਸਰ, ਇਹ ਕਿਉਂ ਦਰਬਾਰ ਸਾਹਿਬ ਦੇ ਲਫ਼ਜ਼ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ। ਸੋ ਦਰਬਾਰ ਸਾਹਿਬ ਤੋਂ ਉਹ ਸਰੂਪ, ਦਰਬਾਰ ਸਾਹਿਬ ਕੰਪਲੈਕਸ ਤੋਂ, ਸਾਡੇ ਪ੍ਰਿੰਟਿੰਗ ਪ੍ਰੈਸ ਤੋਂ, ਉਸ ਜੋ ਹੈ ਪ੍ਰੈਸ ਦੀ ਬਿਲਡਿੰਗ ਤੋਂ, ਉੱਥੋਂ ਇਹ ਸਰੂਪ ਕਿੱਥੇ ਗਏ ਨੇ ਇਸ ਦਾ ਪਤਾ ਹੋਣਾ ਚਾਹੀਦਾ ਹੈ। ਪਰ ਜੇ ਕਿਸੇ ਵਿਦਵਾਨ ਦੀ, ਮੈਨੂੰ ਨਹੀਂ ਸਮਝਦਾ ਵੀ ਜੇ ਉਹਨਾਂ ਨੂੰ ਹੈ ਲਫ਼ਜ਼ ਵੀ ਦੱਸ ਦੇਣੇ ਚਾਹੀਦੇ ਸੀ, ਫਿਰ ਵੀ ਕਿਸ ਨੇ ਕਿਹਾ ਇਹ ਗੱਲ, ਨਾਮ ਨਹੀਂ ਦੱਸਿਆ ਉਹਨਾਂ ਨੇ। ਪਰ ਇਹ ਜਿਹੜੀ ਹੈਗੀ ਹੈ ਕਿ ਮੈਂ ਤੇ ਇਹ ਕਹਾਂ ਕਿ ਇਹ ਲੱਖ ਦੁੱਧ ਨਾਲ ਧੋਤੇ ਹੋ ਜਾਣ, ਇਹ ਲੱਖ ਚੰਗੇ ਕੰਮ ਕਰ ਲੈਣ, ਇੱਕ ਸੰਗਤ 'ਚ ਪ੍ਰਭਾਵ ਜਿਹੜਾ ਹੈ ਨਾ ਉਹ ਨੈਗੇਟਿਵ ਬਣ ਚੁੱਕਿਆ ਹੈ। ਕਿਸ ਦੇ ਪ੍ਰਤੀ? ਇਹ ਸਾਰੇ ਇਹ ਸੈਟਅਪ ਦੇ ਪ੍ਰਤੀ, ਐਸਜੀਪੀਸੀ ਦੇ ਰਵਈਏ ਨਾਲ ਕਿ ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ, ਈਵਨ ਉਹਨਾਂ ਦੇ ਨਾਲ ਇਹ ਜਿਹੜੇ ਹੈ ਨੇ। ਜਥੇਦਾਰ ਦਾ ਰੋਲ ਕੀ ਦੇਖਦੇ ਤੁਸੀਂ ਇਹਦੇ ਵਿੱਚ? ਹਾਂਜੀ, ਜਥੇਦਾਰ ਦਾ ਰੋਲ ਕੀ ਹੈ ਫਿਰ? ਕੋਈ ਰੋਲ ਨਹੀਂ ਹੈ, ਇਹ ਤਾਂ ਦਿਨ ਟਪਾਈਆਂ ਕੰਮ ਨੇ ਜਿਹੜੇ ਕੰਮ। ਤਾਂ ਇਤਨਾ ਕੁਝ ਪੈਂਡਿੰਗ ਪਿਆ, ਇਤਨਾ ਕੁਝ ਉਲਝਿਆ ਹੋਇਆ, ਇਤਨੇ ਕੁਝ ਦੇ ਵਿੱਚ ਦੋ ਰਾਇਆਂ ਨੇ, ਕੰਟਰੋਵਰਸੀਜ਼ ਬਣੀਆਂ ਪਈਆਂ ਨੇ, ਤੇ ਉਹ ਕੁਝ ਕਿਸੇ ਮੁੱਦੇ ਨੂੰ ਨਿਪਟਾਉਣ ਦੀ ਗੱਲ ਥੋੜਾ ਹੈ। ਕੋਈ ਵੀ ਮਸਲਾ ਜੇ ਇੱਕ ਸਾਈਡ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਦੇ ਸੀ ਕਿ ਉਸ ਵਕਤ ਜਾਤ ਆਧਾਰਿਤ ਜਿਹੜੀ ਹੈਗੀ ਹੈ ਡਿਸਕ੍ਰਿਮੀਨੇਸ਼ਨ ਦਾ ਫੈਕਟਰ ਜਿਹੜਾ ਹੈ, ਜੋ ਕਿ ਗੁਰਮਤਿ ਸਿਧਾਂਤ ਦੇ ਉਲਟ ਆ, ਉਹ ਮੌਕੇ ਤੇ ਹੋਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਤੇ ਉਹ ਅੱਜ ਵੀ ਹੈ। ਜਿਹੜੇ ਅਕਾਲੀ ਦਲ ਦੇ ਤੁਸੀਂ ਮੁਤਹਿਤ ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਹੋ, ਉਹ ਅਕਾਲੀ ਦਲ ਦੇ ਆਪਣੇ ਜਿਹੜੇ ਜਾਤ ਆਧਾਰਿਤ ਵਿੰਗ ਨੇ, ਕਰੋ ਡਾਇਰੈਕਸ਼ਨ ਇਸ਼ੂ ਅਕਾਲੀ ਦਲ ਨੂੰ ਕਿ ਜਾਤ ਆਧਾਰਿਤ ਵਿੰਗ ਬੰਦ ਕਰ ਦੇਣ। ਉਹਨਾਂ ਦੇ ਕੋਲ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ, ਉਹਨਾਂ ਨੇ ਕਿਹਾ ਕਿ ਜਾਤ ਆਧਾਰਿਤ ਸਾਡੇ ਲਈ ਬਾਟਾ ਵੱਖਰਾ ਤਿਆਰ ਹੁੰਦਾ, ਸਾਨੂੰ ਜਿਹੜੀ ਹੈਗੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈਗੀ ਹੈ, ਤੇ ਕੀ ਹੱਲ ਕਰ ਸਕੇ ਹੈਗੀਆਂ ਗੱਲਾਂ ਦੇ ਨਾਲ ਹੀ ਸਭ ਕੁਝ। ਜੇਕਰ ਅਸੀਂ ਹਵਾ ਮਹਿਲ ਖੜੇ ਕਰਨੇ ਹੋਣ ਤੇ ਫਿਰ ਇਹ ਇੰਨੀ ਗੱਲ ਤੇ ਸਮਝੋ ਕਿ ਜਿਹੜਾ ਸੁਣਦਾ ਹੈ ਉਹ ਲੋਕ ਵੀ ਤੁਹਾਡੇ ਵਾਂਗ ਬੁੱਧ ਰੱਖਦੇ ਨੇ, ਆਮ ਪਬਲਿਕ ਉਹ ਅੰਡਰਸਟੈਂਡ ਕਰਦੀ ਹੈ। ਹੁਣ ਜਿਸ ਤਰੀਕੇ ਨਾਲ ਹੁਣ ਬਾਦਲ ਸਾਹਿਬ ਦਾ ਵੀ ਜ਼ਿਕਰ ਕੀਤਾ, ਉਹ ਵੀ ਨਾਮ ਲੈਂਦੇ ਨੇ ਉੱਥੇ ਜਥੇਦਾਰ ਸਾਹਿਬ। ਜੋ ਹੁਣ ਆਪਾਂ ਗੱਲ ਨੂੰ ਅੱਗੇ ਤੋਰਨੇ, ਅੱਗੇ ਜਦੋਂ ਸਰੂਪ ਚੋਰੀ ਹੁੰਦੇ ਨੇ, ਉਸ ਤੋਂ ਬਾਅਦ ਜਦੋਂ ਫਿਰ ਧਰਨਾ ਲੱਗਦਾ, ਧਰਨੇ ਵਿੱਚ ਟਾਸਕ ਫੋਰਸ ਨੂੰ ਲੈ ਕੇ ਜਾਂ ਸਤਿਕਾਰ ਕਮੇਟੀ ਨੂੰ ਲੈ ਕੇ ਆਪਸ ਤੂੰ ਮੈਂ ਵੀ ਹੁੰਦੀ ਹੈ, ਭਾਈ ਰਣਜੀਤ ਸਿੰਘ ਵੀ ਉੱਥੇ ਜਾ ਕੇ ਧਰਨਾ ਲਗਾਉਂਦੇ ਨੇ। ਫਿਰ ਉਸ ਵਿੱਚ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਕਿ ਕੋਈ ਇੱਥੇ ਆ ਕੇ ਪ੍ਰੋਟੈਸਟ ਕਰੇ ਉੱਤੇ। ਜੇ ਪ੍ਰੋਟੈਸਟ ਨਹੀਂ ਕਰਨਾ ਫਿਰ ਐਸਜੀਪੀਸੀ ਵਿੱਚ ਚੱਲ ਕੀ ਰਿਹਾ, ਇਹ ਕੌਣ ਤੈਅ ਕਰੇਗਾ? ਦੇਖੋ, ਜਿੱਥੋਂ ਤੱਕ ਤਾਂ ਹੈ ਇਹੋ ਜਿਹੇ ਹਾਲਾਤ ਨਾ ਬਣਨ ਚੰਗੀ ਗੱਲ ਹੈ, ਪਰ ਇਹ ਜੇ ਕਹਿਣਾ ਕਿ ਤੁਸੀਂ ਕੁਝ ਵੀ ਗਲਤੀਆਂ ਕਰਦੇ ਰਹੋ ਤੇ ਕੋਈ ਆ ਕੇ ਤੁਹਾਨੂੰ ਕਿੰਤੂ ਨਾ ਕਰੇ, ਇਹ ਵੀ ਗਲਤ ਆ, ਇਹ ਬਿਲਕੁਲ ਗਲਤ ਆ। ਉੱਥੇ ਜੇਕਰ ਕੋਈ ਦੇਖੋ ਕੋਈ ਸਿਸਟਮ ਨਹੀਂ ਹੈ, ਐਸਜੀਪੀਸੀ ਹੈ, ਉਹਦੇ 'ਚ ਕੋਈ ਜਵਾਬਦੇਹੀ ਵਾਲੀ ਗੱਲ ਨਹੀਂ ਹੈ, ਕੋਈ ਡਿਸਕਸ਼ਨਸ ਦਾ ਟਾਈਮ ਨਹੀਂ ਹੈ। ਜਿਹਨਾਂ ਨੂੰ ਟਰਸਟੀ ਮੈਂਬਰ, ਜਿਹੜੇ ਟਰਸਟ ਦੀ ਗੱਲ ਉਹ ਕਹਿੰਦੇ ਨੇ, ਉਹ ਟਰਸਟੀ ਮੈਂਬਰਸ ਦੀ ਕਿਹੜੀ ਗੱਲ ਦਾ ਜਵਾਬ ਅੱਜ ਤੱਕ ਐਸਜੀਪੀਸੀ ਨੇ ਦਿੱਤਾ ਹੈ? ਨਹੀਂ, ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਕੋਈ ਇੱਥੇ ਤਾਲਾ ਲਾਣਾ ਆਊਗਾ, ਅੱਗੋਂ ਤੋਂ ਅਗਲੀ ਵਾਰ ਆਊਗਾ, ਜਿੰਨੇ ਵੀ ਪਿੰਡ ਦੇ ਵਿੱਚ ਜਿਹੜੇ ਸ਼ੇਰ ਨੇ, ਜਿਹੜੇ ਸਿੱਖ ਸ਼ੇਰ ਨੇ, ਉਹ ਇੱਥੇ ਆਉਣ, ਇਸ ਦਾ ਵਿਰੋਧ ਕਰਨ। ਪਰ ਜਦੋਂ ਉਹ ਦੂਜਿਆਂ ਨੂੰ ਸ਼ੇਰ ਕਹਿੰਦੇ ਨੇ, ਜਦੋਂ ਜਥੇਦਾਰ ਸਾਹਿਬ ਮਾਫੀ ਦਿੰਦੇ ਨੇ, ਉਦੋਂ ਕਿਉਂ ਨਹੀਂ ਜਥੇਦਾਰ ਸਾਹਿਬ ਸ਼ੇਰ ਬੰਦੇ? ਸੱਸੇ ਸੌਦੇ ਨੂੰ ਮਾਫੀ ਦਿੱਤੀ ਜਾਂਦੀ ਹੈ, ਉਦੋਂ ਇਹ ਕਿੱਥੇ ਹੁੰਦੇ ਨੇ ਫਿਰ? ਦੇਖੋ, ਉਹ ਤਾਂ ਉਹਨਾਂ ਦੇ ਨਾਲ ਹੀ ਬੈਠੇ ਸੀ, ਜਿਨ੍ਹਾਂ ਨੇ ਮਾਫੀ ਦਿੱਤੀ, ਉਹ ਵੀ ਉਹਨਾਂ ਦੇ ਨਾਲ ਹੀ ਬੈਠੇ ਸੀ। ਇੱਕ ਪਾਸੇ ਮਹਾਰਾਜ ਦੀ ਤਾਬਿਆਂ ਜਿਹੜੇ ਨੇ ਇਹ ਬੈਠੇ ਸਨ, ਦੂਜੇ ਨਾਲ ਬੈਠੇ ਸੀ। ਇਹ ਤਾਂ ਉਹ ਜਵਾਬ ਦੇ ਸਕਦੇ ਨੇ। ਰਹਿ ਗਈ ਗੱਲ ਆ ਸ਼ੇਰਾਂ ਵਾਲੀ ਤੇ ਕਿਸੇ ਨੂੰ ਕੁੱਤੇ ਕਹਿਣ ਵਾਲੀ ਗੱਲ, ਆ ਮਾੜੀ ਹੈ। ਇਹ ਹਾਲਾਤ ਜਿਹੜੇ ਨੇ ਨਾ, ਮੈਂ ਕਹਾਂ ਕਿ ਇਹ ਜਿਹੜਾ ਹੈਗਾ ਸੰਜੀਦਾ ਸਮਾਂ ਚੱਲ ਰਿਹਾ ਹੈ, ਇੰਨਾ ਔਖਾ ਪੀਰੀਅਡ ਚੱਲ ਰਿਹਾ ਕਮਿਊਨਿਟੀ ਤੇ, ਕੌਮ ਦੇ ਵਿੱਚ ਦੁਚਿੱਤੀ ਬਣੀ ਹੋਈ ਹੈ, ਦੁਫੇੜ ਵੱਲ ਤੁਰੇ ਹੋਏ ਆ।
ਇੱਕ ਕਾਈਂਡ ਆਫ ਸਿਵਲ ਵਾਰ ਸਿਚੁਏਸ਼ਨ ਮੈਂ ਤਾਂ ਕਹਾਂ ਇਹ ਬਣੀ ਹੈ। ਆਪੀ ਅਸੀਂ ਖਾਨਾ ਜੰਗੀ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਹ ਹੈਗਾ ਕਾਹਤੋਂ ਹੈ? ਡਿਫਰੈਂਟ ਇਸ਼ੂਜ਼ ਦੇ ਉੱਤੇ ਤੁਸੀਂ ਇੱਕ ਧਿਰ ਦੇ ਨਾਲ ਖੜ ਜਾਂਦੇ ਹੋ ਕਿਸੇ ਵੀ ਇਸ਼ੂ ਦੇ ਉੱਤੇ, ਤੁਸੀਂ ਇੱਕ ਧਿਰ ਦਾ ਪੱਖ ਪੂਰਦੇ ਹੋ ਕਿਸੇ ਵੀ ਇਸ਼ੂ ਦੇ ਉੱਤੇ। ਪੰਥਕ ਮੁੱਦੇ ਨੇ, ਜਿਹੜੇ ਇਤਿਹਾਸ ਨਾਲ ਸੰਬੰਧਿਤ ਮੁੱਦੇ ਨੇ, ਪਰੰਪਰਾਵਾਂ ਨਾਲ ਸੰਬੰਧਿਤ ਮੁੱਦੇ ਨੇ, ਗੁਰਬਾਣੀ ਰਿਲੇਟਡ ਮੁੱਦੇ ਨੇ, ਉਹਨਾਂ ਦੇ ਉੱਤੇ ਦੁਚਿੱਤੀ ਆਪਸ ਦੇ ਵਿੱਚ ਜਿਹੜੇ ਜੋ ਹੈ ਉਹ ਟਕਰਾਅ ਦਾ ਦੌਰ ਚੱਲ ਰਿਹਾ। ਮੈਂ ਕਹਿੰਦਾ ਕਿ ਆਮ ਸਿੱਖ ਜਿਹੜੇ ਕਿ ਨਿਊਟਰਲ ਵੇ ਨਾਲ ਸੋਚਣ ਦੀ ਗੱਲ ਹੈ ਕਰਦੇ ਨੇ, ਉਹਨਾਂ ਦੇ ਲਈ ਬਹੁਤ ਦੁੱਖ ਦੀ ਘੜੀ ਹੈ ਇਹ। ਇਸ ਬਲਦੀ ਦੇ ਉੱਤੇ ਪਾਣੀ ਪਾਉਣ ਦੀ ਲੋੜ ਹੈ, ਇਹੋ ਜਿਹੇ ਲਫ਼ਜ਼ ਵਰਤ ਕੇ ਅੱਗ ਲਾਉਣ ਦੀ ਲੋੜ ਨਹੀਂ ਹੈ। ਇਹ ਬੁਰੀ ਗੱਲ ਹੈ। ਕੌਮ ਬਹੁਤ ਇੱਕ ਅਜੀਬ ਸਥਿਤੀ ਵਿੱਚ ਪਹੁੰਚੀ ਹੋਈ ਹੈ ਅੱਜ ਦੇ ਦਿਨ। ਇਹਦੇ ਵਿੱਚ ਕੌਮੀ ਸ਼ਕਤੀ ਆਪਸ 'ਚ ਟਕਰਾਅ ਦੇ ਨਾਲ ਨਸ਼ਟ ਹੋ ਰਹੀ ਹੈ। ਕੌਮ ਕਮਜ਼ੋਰ ਹੋ ਰਹੀ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਕੌਮ ਦੇ ਮਜ਼ਬੂਤ ਹੋਣ ਦੀ ਲੋੜ ਹੈ, ਸੰਸਥਾਵਾਂ ਦੇ ਮਜ਼ਬੂਤ ਹੋਣ ਦੀ ਲੋੜ ਹੈ। ਇਹੋ ਜਿਹੀਆਂ ਗੱਲਾਂ ਨਾਲ ਨਹੀਂ ਹੋਣੀ। ਨਹੀਂ, ਉਹਨਾਂ ਤੇ ਇਹ ਵੀ ਕਹਿ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਮਾਂ ਹੈ ਸ਼੍ਰੋਮਣੀ ਅਕਾਲੀ ਦਲ ਦੀ, ਜੋ ਸਿਆਸੀ ਪਾਰਟੀ ਹੈ, ਇਹੋ ਜਿਹੀ ਬਿਆਨਬਾਜ਼ੀ ਸੋਮੇ ਵਧੇ ਗੰਢ ਤੇ ਕਰਨਾ ਕਿ ਸਹੀ ਸਮਾਂ ਸੀ? ਕਿਉਂਕਿ ਪਹਿਲੇ ਸਰੂਪਾਂ ਨੂੰ ਲੈ ਕੇ ਇਸ ਤਰੀਕੇ ਨਾਲ ਪ੍ਰੋਟੈਸਟ ਧਰਨੇ ਲੱਗਦੇ ਆਦੇ ਨੇ। ਫਿਰ ਇਹ ਬਿਆਨਬਾਜ਼ੀ ਕਿੰਨੀ ਕੁ ਤੈਅ ਕਰਦੀ ਹੈ ਕਿ ਆਉਣ ਵਾਲਾ ਸਮਾਂ ਜਾਂ ਆਉਣ ਵਾਲਾ ਰਾਸਤਾ ਕਿਹੋ ਜਿਹਾ ਹੋਏਗਾ ਐਸਜੀਪੀਸੀ ਦਾ? ਦੇਖੋ, ਮੈਂ ਉਹੀ ਗੱਲ ਮੈਂ ਪਹਿਲਾਂ ਹੀ ਜਿਹੜਾ ਲਫ਼ਜ਼ ਬੋਲਿਆ ਸੀ, ਬਹੁਤ ਸਾਰੀਆਂ ਗੱਲਾਂ ਸੈਲਫ ਕੰਟਰਾਡਿਕਟਰੀ ਨੇ। ਇੱਕ ਸਾਈਡ ਅਸੀਂ ਕਹਿੰਦੇ ਹਾਂ ਕਿ ਮਜ਼ਬੂਤੀ, ਕੌਮ ਦੀ ਮਜ਼ਬੂਤੀ ਵੱਲ ਤੁਰਨਾ ਚਾਹੀਦਾ ਹੈ, ਦੂਜੇ ਪਾਸੇ ਕੌਮ ਦੇ ਵਿੱਚ ਭੇੜ ਦੇ ਲਈ ਇੱਕ ਦੂਜੇ ਨੂੰ ਸ਼ਹਿ ਦਿੰਦੇ ਹੋਈਏ ਉਹ ਨੁਕਸਾਨ ਦੇ ਗੱਲਾਂ ਕਰਨ ਵਾਲੀ ਗੱਲ। ਕਿੱਥੇ ਆਪਾਂ ਆਪਣੀ ਗੱਲ ਦੇ ਉੱਤੇ ਨਹੀਂ ਖਲੋਤੇ। ਸੇਮ ਵੇ ਜਿਹੜੀ ਸੰਸਥਾ ਦੀ ਗੱਲ ਕਹੀਏ, ਉਹ ਮਾਂ ਸੰਸਥਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵ ਕੀ ਹੈ ਕਿ ਗੁਰਮਤਿ ਸਿਧਾਂਤ, ਪੰਥਕ ਸਿਧਾਂਤਾਂ ਦੇ ਤਹਿਤ ਇੱਕ ਰਾਜਨੀਤਿਕ ਧਿਰ ਖੜੀ ਕੀਤੀ ਸੀ। ਤੇ ਅੱਜ ਮੈਨੂੰ ਆਪਣੇ ਹਿਰਦੇ ਤੇ ਹੱਥ ਰੱਖ ਕੇ ਗੁਰੂ ਪਾਤਸ਼ਾਹ ਦੇ ਚਰਨੀ ਬੈਠ ਕੇ ਇਹ ਦੱਸ ਦੇਣ ਕਿ ਅੱਜ ਪੰਥਕ ਨਜ਼ਰੀਏ ਤੋਂ ਰਾਜਨੀਤੀ ਚੱਲਦੀ ਹੈ ਕਿ ਰਾਜਨੀਤਿਕ ਨਜ਼ਰੀਏ ਤੋਂ ਪੰਥ ਨੂੰ ਚਲਾਇਆ ਜਾ ਰਿਹਾ। ਉਹਨਾਂ ਨੇ ਜਗਮੀਤ ਸਿੰਘ ਬਰਾੜ ਦਾ ਵੀ ਜ਼ਿਕਰ ਕੀਤਾ ਕਿ ਉਹ ਇੱਥੇ ਆ ਕੇ ਗੱਲ ਕਹਿ ਕੇ ਗਏ ਨੇ ਕਿ ਆਪਦੇ ਨਾਲ ਹੁਣ ਕਦੀ ਵੀ ਗੋਤ ਨਹੀਂ ਲਾਣਗੇ, ਯਾਨੀ ਕਿ ਬਰਾੜ ਸ਼ਬਦ ਦਾ ਕਿਤੇ ਵੀ ਜਾ ਕੇ ਇਸਤੇਮਾਲ ਨਹੀਂ ਕਰਨਗੇ। ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਜਾਤ ਪਾਤ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਹੈ, ਜਿਹੜੇ ਉਹ ਨਿਹੰਗ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਅੰਮ੍ਰਿਤ ਛਕਣ ਲੱਗਿਆ ਵਿਤਕਰਾ ਕੀਤਾ ਜਾਂਦਾ, ਸਾਡੇ ਭਾਂਡੇ ਅਲੱਗ ਕੀਤੇ ਜਾਂਦੇ ਨੇ, ਉਹਨਾਂ ਨੇ ਚਿੱਠੀ ਲਿਖੀ ਸੀ, ਲਗਭਗ 3 ਤੋਂ 4 ਮਹੀਨੇ ਹੋ ਚੁੱਕੇ ਨੇ, ਕੋਈ ਵੀ ਜਵਾਬ ਨਹੀਂ ਗਿਆ ਜਥੇਦਾਰ ਸਾਹਿਬ ਵੱਲੋਂ ਕਿ ਜਥੇਦਾਰ ਸਾਹਿਬ ਨੂੰ ਉਹਨਾਂ ਦੀ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ। ਉਹ ਇੰਤਜ਼ਾਰ ਵਿੱਚ ਬੈਠੇ ਨੇ। ਫਿਰ ਦੂਸਰੇ ਪਾਸੇ ਦਲਿਤਾਂ ਦੀ ਗੱਲ ਕਰਦੇ ਨੇ ਕਿ ਦੋਗਲਾਪਨ ਹੈਗੇ ਵਾਲਾ। ਦੇਖੋ, ਮੈਂ ਸਮਝਦਾ ਕਿ ਜੇ ਸਰਦਾਰ ਜਗਮੀਤ ਸਿੰਘ ਨੇ ਇਹ ਗੱਲ ਕਹੀ ਕਿ ਮੈਂ ਨਹੀਂ, ਜਥੇਦਾਰ ਸਾਹਿਬ ਨੇ ਗੱਲ ਕਹੀ ਹੈ। ਨਹੀਂ, ਜਗਮੀਤ ਸਿੰਘ ਦਾ ਵੀ ਕਿਹਾ ਕਿ ਤੁਸੀਂ, ਉਸਨੇ ਕਿਹਾ ਕਿ ਮੈਂ ਬਰਾੜ ਵਰਡ ਨਹੀਂ ਯੂਜ਼ ਕਰਾਂਗਾ। ਇਹ ਚੰਗੀ ਗੱਲ ਹੈ। ਸਿੱਖ ਜਿਹੜਾ ਹੈਗਾ ਜਦੋਂ ਖੰਡੇ ਬਾਟੇ ਕੀ ਪੌਲ ਛਕਣ ਦੀ ਗੱਲ ਹੈ, ਉਦੋਂ ਹੈ ਜਾਤ ਨਾਸ਼, ਕੁਲ ਨਾਸ਼, ਵੰਸ਼ ਨਾਸ਼, ਇਹ ਸਾਰਾ ਕੁਝ ਨਾਸ਼ ਆ। ਫਿਰ ਇੱਕ ਸਿੱਖ ਕਮਿਊਨਿਟੀ ਬਣਦੀ ਹੈ। ਪਰ ਇਹ ਜਿਹੜੀ ਪ੍ਰੋਬਲਮ ਆ, ਇਹ ਇਕੱਲਾ ਨਾਮ ਦੇ ਪਿੱਛੋਂ ਹਟਾਉਣ ਦੇ ਨਾਲ ਨਹੀਂ, ਇਹ ਸਾਡੇ ਦਿਲਾਂ 'ਚ ਘਰ ਕੀਤੀ ਪਈ ਹੈ ਕਮਿਊਨਿਟੀ ਦੇ। ਇਹ ਸੱਚਾਈ ਹੈ। ਇਹਨੂੰ ਕੱਢਣ ਦੇ ਲਈ ਯਤਨ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾ ਕੰਮ ਆ ਕਰਨਾ ਚਾਹੀਦਾ ਹੈ ਭਾਈ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਉਹ ਅਕਾਲੀ ਦਲ ਨੂੰ ਕਹਿਣ, ਇਸ ਮੌਕੇ ਤੇ ਕਰਦੇ, ਕਿ ਤੁਸੀਂ ਜਿਹੜਾ ਹੈਗਾ ਆਪਣੇ ਜਿਹੜੇ ਨੇ ਪੋਲੀਟੀਕਲ ਵਿੰਗ ਜਿਹੜੇ ਕਾਸਟ ਬੇਸ ਰੱਖੇ ਹੋਏ ਨੇ ਉਹਨਾਂ ਨੂੰ ਖਤਮ ਕਰੋ। ਸਭ ਤੋਂ ਪਹਿਲਾ ਕੰਮ ਆ ਕਰਨਾ। ਇੰਨਾ ਸੌਖਾ ਲੱਗਦਾ ਤੁਹਾਨੂੰ? ਨਹੀਂ, ਮੈਂ ਤਾਂ ਹੀ ਕਹਿ ਰਿਹਾ ਨਾ, ਤੁਸੀਂ ਕਿਹਾ ਕਿ ਇਹ ਕੀ ਹੈ, ਇਹ ਕੀ ਹੈ, ਉਹਨਾਂ ਦੇ ਵੱਸ ਤੋਂ ਬਾਹਰ ਦੀਆਂ ਗੱਲਾਂ ਨੇ। ਐਵੇਂ ਉਛਲ ਗੱਲਾਂ ਕਰਨ ਦੇ ਨਾਲ ਕੱਲੀ ਜਿਹੜੀ ਹੈਗੀ ਹੈ ਉਹ ਨਹੀਂ, ਉਹ ਇੱਥੇ ਸ਼ੁਰੂ ਕਰਨ ਕਿ ਜਿਵੇਂ ਪਿੰਡਾਂ ਵਿੱਚ 2-2 ਗੁਰਦੁਆਰੇ ਬਣੇ ਹੋਏ ਨੇ, ਸ਼ੁਰੂਆਤ ਇੱਥੇ ਹੀ ਕਰ ਲੈਣਾ। ਮੈਂ ਕਿਹਾ ਉਹਨਾਂ ਦੀ ਬਾਅਦ ਚ ਕਰ ਲਈਏ, ਪਹਿਲਾਂ ਆਪਣੇ ਅਕਾਲੀ ਦਲ ਦੀਆਂ ਤਾਂ ਤੜਵਾ ਲਓ, ਜਿਹੜੀਆਂ ਨੇ ਵੀ ਐਸਸੀ ਵਿੰਗ, ਬੀਸੀ ਵਿੰਗ, ਇਹ ਤੇ ਤੜਵਾ ਲਓ, ਛੋੜ ਛੱਡੋ। ਉਹ ਜਿਹੜੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਅਪੁਆਇੰਟਡ ਨੇ, ਉਸ ਸ਼੍ਰੋਮਣੀ ਕਮੇਟੀ ਦੇ ਵਿੱਚ ਐਸਸੀ ਬੇਸਡ ਜਿਹੜੇ ਨੇ ਉਹ ਮੈਂਬਰਸ਼ਿਪ ਹੈ, ਮਤਲਬ ਕਾਸਟ ਬੇਸ ਮੈਂਬਰਸ ਚੁਣੇ ਜਾਂਦੇ ਨੇ। ਠੀਕ ਹੈ ਜੀ। ਔਰ ਉਹ ਬਕਾਇਦਾ ਜਿਹੜਾ ਹੁਣ ਜੇ ਫਾਰਮ ਛਪਣਾ ਹੈ ਨਾ, ਉਹ ਫਾਰਮ 'ਚ ਥੱਲੇ ਲਾਈਨ ਹੁੰਦੀ ਹੈ ਕਿ ਮੈਂ ਫਲਾਂ ਜਿਹੜੀ ਹੈ ਜਾਤੀ ਦੇ ਨਾਲ ਸੰਬੰਧਿਤ ਹਾਂ। ਸੋ ਉਹਨੂੰ ਤੇ ਠੀਕ ਕਰ ਲਓ। ਅਸੀਂ ਗੱਲ ਚੰਗੀ ਹੈ, ਸਿਧਾਂਤਕ ਗੁਰਮਤਿ ਅਨੁਸਾਰੀ ਹੈ, ਪਰ ਉਹਦੇ ਲਈ
ਆ ਜਿਹੜਾ ਸਾਡਾ ਕਾਦੇ ਆ ਨਾ ਉਹ ਬਹੁਤ ਛੋਟਾ ਹਲੇ ਇਸ ਨੂੰ ਕਾਬੂ ਕਰਨ ਦੇ ਲਈ। ਇਸ ਨੂੰ ਗੁਰਮਤਿ ਸਿਧਾਂਤ ਉਹ ਸੁਪਰੀਮ ਹੈ। ਅੱਗੇ ਜਾ ਕੇ ਐਸਜੀਪੀਸੀ ਇਲੈਕਸ਼ਨ ਨੇ ਤਾਂ ਲੱਗਦਾ ਕਿ ਭਾਵੁਕ ਇਸ ਤਰੀਕੇ ਨਾਲ ਸਪੀਚ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਸਿਆਸਤ ਵਾਲੇ ਪਾਸੋਂ ਵੀ ਤੇ ਐਸਜੀਪੀਸੀ ਵਾਲੇ ਪਾਸੋਂ। ਉਹਨਾਂ ਨੇ ਆਪਣੀ ਜ਼ਿੰਮੇਵਾਰੀ ਮੈਂ ਪਹਿਲਾਂ ਕਿਹਾ ਸੀ ਬਾਖੂਬੀ ਨਿਭਾਈ ਹੈ। ਜੋ ਉਹਨਾਂ ਦਾ ਕੰਮ ਬਣਦਾ ਸੀ ਉਹਨਾਂ ਨੇ ਬਾਖੂਬੀ ਜ਼ਿੰਮੇਵਾਰੀ ਨਿਭਾਈ ਹੈ। ਤੇ ਜਥੇਦਾਰ ਲੋਕਾਂ ਦੇ ਨੇ ਕਿ ਇਹ ਸਿਰਫ ਰਾਜਨੀਤੀ ਪਾਰਟੀ ਦੇ ਨੇ? ਇਹ ਤਾਂ ਉਹਨਾਂ ਨੂੰ ਪੁੱਛਣ ਦੀ ਗੱਲ ਹੈ, ਲੋਕਾਂ ਨੂੰ ਤੇ ਪਤਾ ਹੈ। ਨਹੀਂ, ਤੁਸੀਂ ਦੱਸ ਸਕਦੇ ਹੋ ਨਾ, ਤੁਸੀਂ ਉਹਨਾਂ ਨੂੰ ਪੁੱਛਣ ਦੀ ਲੋੜ ਆ। ਦੇਖੋ ਮੈਂ ਤੇ ਇਹ ਕਹਾਂ, ਇੱਕ ਕੰਮ ਹੋਰ ਕਰ ਜਾਣ ਭਾਈ ਹਰਪ੍ਰੀਤ ਸਿੰਘ ਹੋਰੀ, ਇਹ ਕਰ ਜਾਣ ਕਿ ਮੈਂ ਜਿੱਦਣ ਲਾਇਆ ਜਾਵਾਂ ਉਸ ਤੋਂ ਅਗਲਾ ਜਿਹੜਾ ਜਥੇਦਾਰ ਬਣੇ ਉਹ ਕੌਮ ਵੱਲੋਂ ਨਾਮ ਦਿੱਤੇ ਜਾਣ ਤੇ ਉਹਨਾਂ ਵਿੱਚੋਂ ਬਣੇ। 5 ਨਾਮ 10 ਨਾਮ ਤੁਸੀਂ ਹੈ ਨੇ ਕੌਮੀ ਤੌਰ ਤੇ ਲੈ ਲਓ ਕਿ ਆਹ 10 ਨਾਮ ਨੇ, ਇਹਨਾਂ 10 ਦੇ ਵਿੱਚੋਂ ਕੌਮ ਆਪਣੀ ਜਿਹੜੀ ਹੈ ਰਾਇਆਂ ਦੇਵੇ, ਵੀ ਉਸ ਤੋਂ ਬਣੇ। ਇਹ ਨਹੀਂ ਹੋਏ ਵੀ ਇੱਕ ਸ਼ਾਮ ਨੂੰ ਰਾਤ ਨੂੰ ਪਤਾ ਲੱਗੇ ਕਿ ਭਾਈ ਹਰਪ੍ਰੀਤ ਸਿੰਘ ਚਲੇ ਗਏ ਤੇ ਸਵੇਰੇ ਕੋਈ ਹੋਰ ਗੁਰਪ੍ਰੀਤ ਸਿੰਘ ਆ ਗਏ। ਐਦਾਂ ਹੀ ਹੁੰਦਾ ਆ। ਮੈਨੂੰ ਚੇਤੇ ਹੈ ਕਿ ਇੱਕ ਸਾਬਕਾ ਇਸ ਜੋ ਜਥੇਦਾਰ ਦਾ ਅਹੁਦਾ ਬਣਾਇਆ ਹੈ ਸ਼੍ਰੋਮਣੀ ਕਮੇਟੀ ਨੇ, ਉਹਦੇ ਉੱਤੇ ਉਸ ਅਹੁਦੇ ਤੇ ਬਿਰਾਜਮਾਨ ਸੱਜਣ ਸਨ। ਉਹਨਾਂ ਨੂੰ ਮੈਂ ਕਿਹਾ ਮੇਰੀ ਨਿੱਜੀ ਗੱਲਬਾਤ ਹੈ, ਮੈਂ ਕਿਹਾ ਉਹ ਪਹਿਲਿਆਂ ਦੀ ਹਾਲਤ ਵੇਖੋ ਕਿ ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ। ਰਾਤ ਨੂੰ ਨਾਮ ਦੂਜਾ, ਸਵੇਰੇ ਅਖਬਾਰ 'ਚ ਹੀ ਪੜ੍ਹਨ ਨੂੰ ਮਿਲਦਾ ਵੀ ਫਲਾਂ ਜਿਹੜਾ ਬਦਲ ਗਿਆ, ਕੁਛ ਕੌਮ ਲਈ ਕਰ ਜਾਓ। ਤੇ ਉਹ ਕਹਿੰਦੇ ਨਹੀਂ ਸਾਡੇ ਨਾਲ ਨਹੀਂ ਇਹ ਹੁੰਦਾ। ਸੋ ਮੈਂ ਕਹਿੰਦਾ ਚੇਤੇ ਰੱਖਿਓ ਤੁਹਾਡੇ ਨਾਲ ਵੀ ਐਵੇਂ ਹੀ ਹੋਣਾ ਹੈਗਾ। ਪਿਛਲਿਆਂ ਦੀ ਛੱਡ ਦਿਓ ਗੱਲ, ਅੱਗੇ ਦੀ ਗੱਲ ਕਰ ਲਓ ਕਿ ਜਥੇ ਦਾ ਇਹਨਾਂ ਨੇ ਪਿੱਛੇ ਜੇ ਇਹ ਵੀ ਗੱਲ ਕਹੀ ਸੀ ਕਿ ਜੇ ਕੌਮ ਸਾਥ ਦੇਵੇ ਤੇ ਅਕਾਲੀ ਫੂਲਾ ਸਿੰਘ ਵਰਗਾ ਜਿਹੜਾ ਹੈਗਾ ਉਹ ਸਥਾਨ ਦੇ ਉੱਤੇ ਜਿਹੜਾ ਹੈਗਾ ਪ੍ਰਬੰਧ ਹੋ ਸਕਦਾ, ਜਿਹੜਾ ਹੈ ਨਾ ਉਹ ਜਿਹੇ ਜਥੇਦਾਰ ਦੀ ਗੱਲ ਹੋ ਸਕਦੀ ਹੈ। ਭਾਈ ਉਹ ਜੀ ਗੱਲ ਕਰਨ ਦੀ ਸ਼ੁਰੂਆਤ ਕਰੋ, ਪਹਿਲੀ ਕਰੋ ਕਿ ਮੈਨੂੰ ਜੇ ਕਿਸੇ ਇੱਕ ਸੰਸਥਾ ਨੇ ਰਾਤੋਂ ਰਾਤ ਬਣਾਇਆ ਤੇ ਮੈਂ ਇਸੇ ਨੂੰ ਐਕਸੈਪਟ ਨਹੀਂ ਕਰਦਾ, ਅਗਲਾ ਜਥੇਦਾਰ ਚੁਣਨ ਲਈ 5 ਨਾਮ ਦੇ ਦਿਓ। ਕੌਮ ਉਸ ਦੇ ਉੱਤੇ ਜਿਹੜੀ ਹੈ ਕੋਈ ਇੱਕ ਉਹ ਕਰ ਲਿੱਤੀ ਜਾਵੇ, ਸਾਂਝੀ ਰਾਏ ਬਣਾ ਲਿੱਤੀ ਜਾਵੇ। ਚਲੋ ਤੁਹਾਡੀ ਇਸੇ ਗੱਲ ਨੂੰ ਮੰਨ ਲੈਂਦੇ ਆ, ਇਸੇ ਗੱਲ ਨੂੰ ਲੈ ਕੇ ਤੁਸੀਂ ਜਾਣਦੇ ਹੋ ਕੋਈ ਹੋਰ ਸ਼ਖਸ ਜਾਂਦਾ ਹੈ ਇਸੇ ਚੀਜ਼ ਲੱਗੀ ਧਰਨਾ ਲੱਗਦਾ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜੋ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਧਰਨਾ ਨਹੀਂ ਇੱਥੇ ਲੱਗਣਾ ਚਾਹੀਦਾ। ਸਵਾਲ ਹੱਲੇ ਵੀ ਕਈ ਹੈਗੇ ਨੇ, ਕੋਈ ਚੀਜ਼ ਗਲਤ ਚੱਲਦੀ ਵੀ, ਮੈਂ ਇੱਥੇ ਦਰਬਾਰ ਸਾਹਿਬ ਨੂੰ ਲੈ ਕੇ ਕੋਈ ਸਵਾਲ ਨਹੀਂ ਕਰ ਰਿਹਾ, ਮੈਂ ਸਵਾਲ ਕਰ ਰਿਹਾ ਜੋ ਐਸਜੀਪੀਸੀ ਅੰਦਰ ਹੋ ਰਿਹਾ, ਜੋ ਇੱਕ ਬੋਡੀ ਬਣਾਈ ਗਈ ਹੈ, ਜੋ ਇੱਕ ਜਿੱਥੇ ਫੈਸਲੇ ਹੁੰਦੇ ਨੇ ਉਸ ਚੀਜ਼ ਨੂੰ ਲੈ ਕੇ ਸਵਾਲ ਉੱਠੇ ਜਾਂਦੇ ਨੇ। ਜੋ ਅੰਦਰ ਕੁਝ ਹੋ ਰਿਹਾ, ਜੇ ਵਿਅਕਤੀ ਜਾ ਕੇ ਬੋਲਣਗੇ ਨਹੀਂ ਅੰਦਰ ਹੋ ਕੀ ਰਿਹਾ ਪਤਾ ਕਿਵੇਂ ਲੱਗੂਗਾ? ਇਸੇ ਚੀਜ਼ ਉੱਤੇ ਬਾਬਾ ਗੱਲ ਹੋ ਰਹੀ, ਸਵਾਲ ਉੱਠ ਰਹੇ ਨੇ। ਦੇਖੋ ਸਵਾਲ ਤਾਂ ਉੱਠ ਰਹੇ ਨੇ, ਮੈਂ ਕਿਹਾ ਕਿ ਸਵਾਲ ਕਰਨ ਦਾ ਹੱਕ ਹੈ, ਸਿੱਖਾਂ ਨੂੰ ਹੱਕ ਹੈ। ਉਹ ਭਾਈ ਹਰਪ੍ਰੀਤ ਸਿੰਘ ਹੋਰੀ ਦੱਸ ਦੇਣ ਕਿ ਜੇ ਸਿੱਖਾਂ ਦੇ ਤੌਖਲੇ ਨੇ, ਜਿਹੜੇ ਸਿੱਖਾਂ ਦੇ ਜਿਹੜੇ ਸ਼ੰਕੇ ਨੇ, ਸਿੱਖਾਂ ਦੀ ਜਿਹੜੀ ਸੋਚ ਆ ਕਿ ਉਸ ਸੰਸਥਾ ਤੋਂ ਤਵੱਕੋ ਜੋ ਕਰਦੇ ਨੇ ਕਿ ਆਹ ਕੁਛ ਹੋਣਾ ਚਾਹੀਦਾ ਹੈ, ਉਹ ਦੱਸੋ ਕਿਸ ਤਰ੍ਹਾਂ ਪੂਰਾ ਹੋਵੇ, ਉਹਦਾ ਕੋਈ ਆਲਟਰਨੇਟ ਦੇ ਦਿਓ। ਮੈਂ ਨਿੱਜੀ ਤੌਰ ਤੇ ਮੈਂ ਤੁਹਾਨੂੰ ਕਹਿਣਾ ਕਿ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ, ਇਹ ਚਾਹੁੰਦੇ ਹਾਂ ਅਸੀਂ, ਆਮ ਸਿੱਖ ਇਹ ਚਾਹੁੰਦਾ। ਮੈਂ ਆਮ ਸਿੱਖ ਦੀ ਰਿਪਰੈਜ਼ੈਂਟੇਸ਼ਨ ਕਰਦਾ, ਮੈਂ ਕਿਸੇ ਧੜੇ ਨਾਲ ਨਹੀਂ ਆ। ਕਿ ਦੱਸੋ ਆਲਟਰਨੇਟਿਵ ਵੇ ਕੀ ਹੈ। ਮੈਂ ਇੰਨੀ ਕਹਿਣਾ ਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਗੁਰਦੁਆਰਾ ਐਕਟ ਬਣਾਇਆ ਉਹਨਾਂ ਨੇ ਨਾ, ਸੈਂਟਰਲ ਗੁਰਦੁਆਰਾ ਬੋਰਡ ਬਣਾਇਆ ਸੀ ਜਿਹੜਾ ਬ੍ਰਿਟਿਸ਼ਰਸ ਨੇ, ਐਕਟ ਜਿਹੜਾ 1925 ਦਾ ਬਣਾਇਆ, ਉਸ ਦੇ ਪਿੱਛੇ ਕਾਰਨ ਵੀ ਇਹੀ ਸੀ ਕਿ ਕੌਨਫਲਿਕਟ ਦੋ ਧੜਿਆਂ ਦਾ ਹੁੰਦਾ ਸੀ ਤੇ ਉਸ ਦੇ ਵਿੱਚ ਹਾਲਾਤ ਜਿਹੜੇ ਨੇ ਅਨਰੈਸਟ ਕ੍ਰੀਏਟ ਹੁੰਦਾ ਸੀ, ਜਦੋਂ ਹਾਲਾਤ ਖਰਾਬ ਹੁੰਦੇ ਸੀ। ਇਸ ਕਰਕੇ ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਇੱਕ ਸਿਸਟਮ ਦੇ ਵਿੱਚ ਬੰਨਣਾ। ਉਸ ਦੀ ਇਹ ਖੁਮਿਆਜੇ ਭੁਗਤ ਰਹੇ ਹਾਂ ਅੱਜ। ਅਸੀਂ ਤਾਂ ਕਹਿੰਦੇ ਹਾਂ ਕਿ ਅਸੀਂ ਕੁਰਬਾਨੀਆਂ ਦੇ ਕੇ ਇਹ ਐਕਟ ਬਣਵਾਇਆ, ਨਹੀਂ ਕੁਰਬਾਨੀਆਂ ਦੇ ਕੇ ਐਕਟ ਨਹੀਂ ਬਣਵਾਇਆ। ਸਿੱਖਾਂ ਨੇ ਤੇ ਇਸ ਐਕਟ ਦਾ ਵਿਰੋਧ ਕੀਤਾ। 5 ਸਾਲ ਤੇ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਨਹੀਂ ਐਕਸੈਪਟ ਹੋਇਆ। 1925 ਚ ਜਾ ਕੇ ਜਦੋਂ ਉਹਨਾਂ ਨੇ ਐਕਟ ਬਣਾ ਦਿੱਤਾ, ਜਿਹੜੀ ਚੋਣ ਹੋਈ ਹੈ ਉਹ ਹੋਈ ਹੈ ਜਿਹੜਾ ਸੈਂਟਰਲ ਗੁਰਦੁਆਰਾ ਬੋਰਡ ਜਿਹੜਾ ਹੈਗਾ ਉਸ ਨਾਂ ਤੇ ਹੋਈ ਹੈ। ਉਸ ਬੋਰਡ ਨੇ ਪਹਿਲੀ ਮੀਟਿੰਗ ਚ ਆ ਕੇ ਫੇਰ ਆਪਣਾ ਜਿਹੜਾ 5 ਸਾਲ ਪਹਿਲਾਂ ਨਾਂ ਰੱਖਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਨਾਮ ਦਾ ਫੇਰ ਮਤਾ ਦੁਬਾਰਾ ਪਾਇਆ। ਇਹ ਐਕਟ ਨਹੀਂ ਅਸੀਂ ਮੰਗਿਆ ਸੀ। 36 ਸਿੱਖ ਜਿਹੜੇ ਨੇ ਜਿਨ੍ਹਾਂ ਨੂੰ ਇਸ ਦੇ ਉੱਤੇ ਸਾਈਨ ਕਰਨ ਦੇ ਲਈ ਉਹਨਾਂ ਦੀ ਕੰਸੈਂਟ ਲਈ ਕੀਤਾ, ਉਹਨਾਂ ਚੋਂ 20 ਨੇ ਸਿਰਫ ਕੀਤੇ ਸੀ ਜਿਹੜੇ ਮੌਜੂਦਾ ਸਮਿਆਂ ਵਾਂਗ ਸਰਕਾਰੀ ਇਹ ਵੀ ਸਨ। ਮੁਆਫ ਕਰਨਾ, ਮੈਂ ਲਫ਼ਜ਼ ਜੇ ਸਖਤ ਹੋਏ ਇਸ ਨੂੰ ਕੋਈ ਹੋਰ ਲਫ਼ਜ਼ ਬਣਾ ਲਓ। ਤੇ ਉਹ ਉਸ ਵਕਤ ਉਹ ਉਹਨਾਂ ਦੇ ਹੱਕ ਦੇ ਵਿੱਚ ਸੀ ਬ੍ਰਿਟਿਸ਼ਰਸ ਦੇ,
ਲੇਕਿਨ ਤੇਜਾ ਸਿੰਘ ਸਮੁੰਦਰੀ ਜੀ, ਜਿਨ੍ਹਾਂ ਦੇ ਨਾਂ ਤੇ ਅੱਜ ਉੱਥੇ ਹਾਲ ਹੈ, ਉਹਨਾਂ ਦੇ ਸਾਈਨ ਨਹੀਂ ਹੈਗੇ। ਹੋਰ 15 ਹੋਰ ਨੇ, 16 ਗੁਰਸਿੱਖਾਂ ਨੇ, ਲੀਡਰਸ ਨੇ, ਸਿੱਖਾਂ ਨੇ ਉਸ ਤੇ ਸਾਈਨ ਨਹੀਂ ਕੀਤੇ ਐਕਟ ਦੇ ਉੱਤੇ। ਉਹ 8 ਮਹੀਨੇ ਬਾਅਦ ਜਿਹੜੇ ਨੇ ਰਿਲੀਜ਼ ਹੋਏ ਨੇ। ਸੋ ਮੇਰੇ ਕਹਿਣ ਦਾ ਭਾਵ ਕਿ ਉਹ ਐਕਟ ਨਹੀਂ ਸੀ ਸਾਡੀ ਮੰਗ। ਸਾਡੀ ਮੰਗ ਸੀ ਕਿ ਜਿਹੜਾ ਪ੍ਰਬੰਧ ਗਲਤ ਹੱਥਾਂ ਦੇ ਵਿੱਚ ਹੈ, ਸਾਡੀ ਮਤਲਬ ਸਿੱਖਾਂ ਦੀ ਮੰਗ ਇਹ ਸੀ ਕਿ ਜਿਹੜਾ ਗੁਰਦੁਆਰਾ ਪ੍ਰਬੰਧ ਉਹ ਮਨਾਈਆਂ ਕਰ ਰਹੇ ਨੇ ਲੋਕ, ਜਿਹੜੇ ਉਹਨਾਂ ਦੇ ਹੱਥਾਂ ਕੱਢ ਕੇ ਸੰਗਤ ਦੇ ਹੱਥੀਂ ਆਉਣਾ ਚਾਹੀਦਾ ਹੈ। ਉੱਥੇ ਜੇਕਰ ਅਨਮਤੀਆਂ ਦਾ ਪ੍ਰਭਾਵ ਫੈਲਿਆ ਹੋਇਆ ਹੈ, ਉੱਥੇ ਗੁਰਮਤ ਦਾ ਜਿਹੜਾ ਹੈਗਾ ਬੋਲਬਾਲਾ ਹੋਵੇ, ਗੁਰਮਤ ਸਿਧਾਂਤਾਂ ਅਨੁਸਾਰ, ਗੁਰਮਤ ਆਸ਼ੇ ਅਨੁਸਾਰ ਉਹਨਾਂ ਸਥਾਨਾਂ ਤੇ ਜਿਹੜੀਆਂ ਜੋ ਗਲਤ ਚੀਜ਼ਾਂ ਹੋ ਗਈਆਂ, ਗੁਰਮਤ ਆਸ਼ੇ ਅਨੁਸਾਰ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਇਹ ਸੀ ਗੁਰਦੁਆਰਾ ਰਿਫਾਰਮਸ ਦੀ ਗੱਲ ਸੀ। ਇਹ ਜਿਹੜਾ ਪੱਖ ਹੈ, ਇਸ ਨੂੰ ਦੇਖਣਾ ਚਾਹੀਦਾ, ਅੱਜ ਵੀ ਦੇਖਣਾ ਚਾਹੀਦਾ ਹੈ। ਸੰਸਥਾਵਾਂ ਜਦੋਂ ਕਹਿ ਲਈਏ ਕਿ ਸਮਾਂ ਪੈ ਕੇ ਬਹੁਤ ਇੱਕ ਚੰਗਾ ਉਸ ਵਕਤ ਪ੍ਰਬੰਧ ਤੋਰਿਆ ਗੁਰਸਿੱਖਾਂ ਨੇ, ਉਦੋਂ ਕੋਈ ਐਸਾ ਇਲੈਕਸ਼ਨ ਸਿਸਟਮ ਨਹੀਂ ਸੀ, ਸਿਲੈਕਸ਼ਨ ਹੋਈ ਹੈ, ਸਿਲੈਕਸ਼ਨ ਸਿਸਟਮ ਚੱਲਦਾ ਪਿਆ। ਅੱਜ ਉਹ ਇੱਥੇ ਤੱਕ ਪਹੁੰਚ ਗਿਆ ਕਿ ਗਲੀ ਗਲੀ ਸਿੱਖ ਇੱਕ ਦੂਜੇ ਦੇ ਕੱਪੜੇ ਪਾੜਦੇ ਪਏ ਨੇ, ਪੱਗਾਂ ਲਾਉਂਦੇ ਪਏ ਨੇ ਮੈਂਬਰ ਬਣਨ ਲਈ, ਪ੍ਰਬੰਧ ਸਾਂਭਣ ਲਈ। ਉਹ ਹਾਲਾਤ ਦੇਖੀਏ ਇੱਕ ਦੂਜੇ ਤੇ ਅਸੀਂ ਕਿੱਥੋਂ ਦੀ ਕਿੱਥੇ ਪਹੁੰਚ ਗਏ ਹਾਂ। ਜਿਵੇਂ ਸਾਰੀ ਗੱਲਬਾਤ ਸੁਣੀ ਹੈ, ਸਾਡੇ ਮੌਜੂਦਾ ਆਜ਼ਾਦ ਐਸਜੀਪੀਸੀ ਮੈਂਬਰ, ਸਵਾਲ ਇਹ ਨਹੀਂ ਹੈ ਕਿ ਐਸਜੀਪੀਸੀ ਜਾਂ ਦਰਬਾਰ ਸਾਹਿਬ ਉੱਤੇ ਜਾ ਕੇ ਕੋਈ ਪ੍ਰੋਟੈਸਟ ਕਰਦਾ ਹੈ, ਸਵਾਲ ਇਹ ਕਿ ਹੋ ਕਿਉਂ ਰਿਹਾ। ਮੈਂ ਪਹਿਲੇ ਜਿਵੇਂ ਜ਼ਿਕਰ ਕੀਤਾ ਕਿ ਦਰਬਾਰ ਸਾਹਿਬ ਤੇ ਕੋਈ ਵੀ ਸਵਾਲ ਜਾਂ ਕੋਈ ਵੀ ਇੱਥੇ ਕਿੰਤੂ ਪਰੰਤੂ ਨਹੀਂ ਹੈ। ਕਿੰਤੂ ਪਰੰਤੂ ਹੋ ਰਹੀ ਹੈ ਤਾਂ ਐਸਜੀਪੀਸੀ ਨੂੰ ਲੈ ਕੇ ਹੋ ਰਹੀ ਹੈ ਕਿ ਜੋ ਉੱਥੇ ਚੱਲ ਕੀ ਰਿਹਾ ਉਸ ਨੂੰ ਲੈ ਕੇ ਜੋ ਕਿ ਧਰਨਾ ਦੇਣਾ ਚਾਹੁੰਦਾ, ਬਕਾਇਦਾ ਸ਼ਾਂਤਪੂਰਵਕ, ਕੋਈ ਹਥਿਆਰ ਲੈ ਕੇ ਨਹੀਂ, ਸ਼ਾਂਤ ਸੰਗਤ ਅਸੀਂ ਜੇ ਧਰਨਾ ਲਗਾ ਰਹੀ ਹੈ, ਜੋ ਕੋਈ ਜਥੇਬੰਦੀ ਲਗਾ ਰਹੀ ਹੈ, ਜਥੇਦਾਰ ਨੂੰ ਸੋਚਣਾ ਪੈਣਾ ਕਿ ਉਹ ਕਿਉਂ ਉੱਥੇ ਧਰਨਾ ਦੇ ਰਹੇ ਨੇ। ਉਹਨਾਂ ਨੂੰ ਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜਿਵੇਂ ਪਿਛਲੇ ਦਿਨੀ ਦੇਖਿਆ ਸੀ, ਟਾਸਕ ਫੋਰਸ ਭਿੜ ਗਈ ਸੀ ਆਪਸ ਦੇ ਵਿੱਚ, ਇੱਕ ਗਲਤ ਮੈਸੇਜ ਜਾਂਦਾ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਸਾਰੇ ਹੀ ਲੋਕ ਮੀਡੀਆ ਰਾਹੀਂ, ਚਾਹੇ ਕੋਈ ਵੀ ਇੱਥੇ ਹੋਣ ਵਿਅਕਤੀ, ਉਹ ਦੇਖਦੇ ਨੇ ਕਿ ਦਰਬਾਰ ਸਾਹਿਬ ਵਿੱਚ ਚੱਲ ਕੀ ਰਿਹਾ। ਹੁਣ ਜੋ ਬਿਆਨਬਾਜ਼ੀ ਹੋ ਰਹੀ ਇਸ ਸਮੇਂ ਜਾਂ ਜੋ ਸਪੀਚ ਦਿੱਤੀ ਹੈ, ਇਸਦੇ ਅਲੱਗ-ਅਲੱਗ ਮਾਇਨੇ ਕੱਢੇ ਜਾ ਰਹੇ ਨੇ। ਔਰ ਜੋ ਸਪੀਚ ਦਿੱਤੀ ਗਈ ਹੈ, ਇਸ ਉੱਪਰ ਜਾ ਕੇ ਐਸਜੀਪੀਸੀ ਦੀਆਂ ਚੋਣਾਂ ਵਿੱਚ ਜਾ ਕੇ ਕੀ ਕੋਈ ਇਸ ਤੇ ਇਫੈਕਟ ਪਏਗਾ ਵੀ ਦੇਖਾਂਗੇ। ਔਰ ਇਹ ਵੀ ਦੇਖਾਂਗੇ 2022 ਦੇ ਵਿੱਚ ਜੇ ਚੋਣਾਂ ਹੋਣਗੀਆਂ, ਉਸ ਦਾ ਐਸਜੀਪੀਸੀ ਚੋਣਾਂ ਨਾਲ ਕਿੰਨਾ ਕੁ ਸੰਬੰਧ ਹੋਏਗਾ।